रत्ते इश्क खुदाए रंग दीदार के, विसरिया जिन नाम ते पुए पार्थिए। आप लिए लड़ लाए दर दरवेश से, तिन धन जनेंदी माओ। आए सफल से, तिन धन जनेंदी माओ। आए सफल से, धन धन पिता, धन धन कुल धन धन सो जननी। जिन गुरु जनिया माए, धन धन सो जननी। जिन गुरु जनिया माए, परम सन्मानी योग जुगो जुग अटल चवर छत्र तख्त दे मालिक, दया सिंध कृपा निध गुरता गद्दी ते विराजमान सतगुरु। धन धन आद साहिब श्री गुरु ग्रंथ साहिब महाराज जियां दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जिन्हां उत्ते सतगुरु सच्चे पातशाह जियां ने कनेरी नदर बख्शिश कीती है। इस संसारक पदार्थवादी माहौल विचों सतसंगत दियां अमोलक घड़ियां बख्शिश करके निवाजिया है। आपां उस पावन पवित्र अस्थान ते जुड़ बैठे हाँ, जिस धरती नूं साध संगत साहिबी प्राप्त होई है। जिथे मेरे साहिब दे चरण पै जाण, वो धरती नूं सैबी प्राप्त हो जाती है। जिन्नी देर श्री गुरु तेग बहादुर महाराज जियां दा रिश्ता इस घर नाल नहीं सी बनिया, उन्नी देर साध संगत लोग संसार दुनिया के लोग जिहड़े सन, वो इस पिंड नूं इस धरती नूं लखनौर ही कहिंदे होणगे। पर जदों दा रिश्ता सतगुरु नाल बन गया, उस तो बाद ये धरती लखनौर साहिब हो गई। क्योंकि जिस दा भी संबंध साहिब नाल हो जाता है, उन्होंने साहिबी प्राप्त जरूर हुंदी है। मैं कई बार ये बेनती आप संगत के चरणों में रखी है। जिस मंजी साहब उत्ते धन श्री गुरु ग्रंथ साहब महाराज जियां दे प्रकाश ने, वो मंजी साहब लकड़ की भी हो सकती है, स्टील लोहे की भी हो सकती है। और साध संगत
इस मंजी साहब की कीमत जिहड़ी है वो बाहरी तौर पर कोई 500-700 हज़ार ਜਾਂ ਵੱਧ ਤੋਂ ਵੱਧ 2000 ਦੀ ਹੋਏਗੀ। ਲੱਕੜ ਦੀ ਬਣੀ ਹੋਈ ਮੰਜੀ, ਲੋਹੇ ਜਾਂ ਸਟੀਲ ਦੀ ਤਿਆਰ ਕੀਤੀ ਹੋਈ ਮੰਜੀ ਜਿਹੜੀ ਹੈ ਸਾਧ ਸੰਗਤ ਉਹ ਵੱਧ ਤੋਂ ਵੱਧ 1-2-3 ਹਜ਼ਾਰ ਦੀ ਹੈ। ਪਰ ਜਦੋਂ ਉਹਦਾ ਸੰਬੰਧ ਮੇਰੇ ਸਾਹਿਬ ਨਾਲ ਹੋ ਗਿਆ, ਤੁਸੀਂ ਜਦੋਂ ਵੀ ਗੁਰੂ ਘਰ ਤੋਂ ਪਾਤਸ਼ਾਹ ਦੇ ਪ੍ਰਕਾਸ਼ ਵਾਸਤੇ ਲੈਣ ਜਾਓਗੇ ਉਦੋਂ ਅਕਸਰ ਹਰ ਸਿੱਖ ਦੀ ਜ਼ੁਬਾਨ 'ਤੇ ਇਹ ਆਏਗਾ ਜੀ ਮੰਜੀ ਸਾਹਿਬ ਚਾਹੀਦੀ ਹੈ। 2-3 ਹਜ਼ਾਰ ਦੀ ਚੀਜ਼ ਨੂੰ ਵੀ ਸਹਿਬੀ ਮਿਲੀ ਹੋਈ ਹੈ। ਔਰ ਆਪਣੇ ਮਨਾਂ 'ਚ ਝਾਤ ਮਾਰਿਓ, ਤੁਹਾਡੇ ਘਰ ਵਿੱਚ 50-50 ਹਜ਼ਾਰ ਰੁਪਏ ਦੇ ਬੈੱਡ ਹੋ ਸਕਦੇ ਨੇ, 5-5, 10-10, 20-20 ਹਜ਼ਾਰ ਦੇ ਗੱਦੇ ਹੋ ਸਕਦੇ ਨੇ। ਕੁੱਲ ਮਿਲਾ ਕੇ 50,000, 70,000, 1-1 ਲੱਖ ਰੁਪਏ ਦਾ ਤੁਹਾਡੇ ਘਰ ਬੈੱਡ ਹੋ ਸਕਦਾ ਹੈ। ਪਰ ਮਾफ़ ਕਰਿਓ, ਤੁਹਾਡੇ ਬੈੱਡ ਨੂੰ ਕੋਈ ਬੈੱਡ ਸਾਹਿਬ ਨਹੀਂ ਕਹੇਗਾ, ਇਹ ਮੰਜੀ ਨੂੰ ਮੰਜੀ ਸਾਹਿਬ ਕਹੀਦਾ। ਕਿਉਂ? ਸਾਹਿਬ ਦਾ ਪ੍ਰਕਾਸ਼ ਹੈ। ਜਿਹੜੀ ਚੀਜ਼ ਸਾਹਿਬ ਨਾਲ ਜੁੜ ਗਈ ਉਹਨੂੰ ਮਾਣ ਪ੍ਰਾਪਤ ਹੁੰਦਾ। ਸਾਧ ਸੰਗਤ, ਕਿਸੇ ਬੰਦੇ ਕੋਲ 10,000 ਦੀ ਪੁਸ਼ਾਕ ਹੋ ਸਕਦੀ ਹੈ, ਕੋਈ ਬੰਦਾ 20-50 ਹਜ਼ਾਰ ਦੀ ਪੁਸ਼ਾਕ ਪਹਿਨ ਸਕਦਾ ਹੈ। 3-3, 4-4 ਲੱਖ ਦੇ ਲੋਕ ਵਿਆਹਾਂ ਵਿੱਚ ਲਹਿੰਗੇ ਪਾਉਂਦੇ ਨੇ। ਪਰ ਤੁਹਾਡੇ ਪੈਂਟ ਕੋਟ ਜਾਂ ਕਿਸੇ ਪੁਸ਼ਾਕ ਨੂੰ ਕੋਈ ਬੰਦਾ ਪੈਂਟ ਕੋਟ ਜਾਂ ਲਹਿੰਗਾ ਸਭ ਨਹੀਂ ਕਹੇਗਾ। ਰੁਮਾਲਾ ਭਾਵੇਂ ਸਾਧ ਸੰਗਤ 500 ਰੁਪਏ ਦਾ ਹੋਵੇ, ਪਰ ਜਦੋਂ ਗੁਰੂ ਚਰਨਾਂ ਵਿੱਚ ਗੁਰੂ ਨੂੰ ਭੇਂਟ ਹੁੰਦਾ ਉਸ ਕੱਪੜੇ ਨੂੰ ਰੁਮਾਲਾ ਸਾਹਿਬ ਕਹੀਦਾ, ਉਹਨੂੰ ਸਾਹਿਬੀ ਪ੍ਰਾਪਤ ਹੈ, ਸਾਹਿਬ ਨਾਲ ਜੁੜ ਗਿਆ। ਤੁਸੀਂ ਘਰ ਵਿੱਚ ਭਾਵੇਂ 4 ਲੱਖ ਰੁਪਏ ਦਾ ਗੇਟ ਬਣਾ ਕੇ ਲਾ ਲਓ, ਤੁਹਾਡੀ ਕੋਠੀ ਭਾਵੇਂ ਸਾਧ ਸੰਗਤ 4 ਕਰੋੜ ਦੀ ਬਣੀ ਹੋਵੇ। ਮੈਂ ਇੱਦਾਂ ਦੇ ਮਹਿਲ ਲੋਕਾਂ ਦੇ ਬਣੇ ਹੋਏ ਵੇਖੇ ਨੇ ਜਿਹਦੇ ਉੱਤੇ 50-50 ਕਰੋੜ ਰੁਪਈਆ ਖਰਚ ਦਿੱਤਾ ਉਹਨਾਂ ਘਰਾਂ ਉੱਤੇ। ਵਿੱਚੇ ਉਹਨਾਂ ਨੇ ਜਿਮ ਬਣਾਇਆ ਹੋਇਆ, ਵਿੱਚੇ ਸਵਿਮਿੰਗ ਪੂਲ ਬਣਾਇਆ ਹੋਇਆ, 50-50 ਕਰੋੜ ਦੀਆਂ ਕੋਠੀਆਂ ਨੇ। ਪਰ ਮਾफ़ ਕਰਿਓ, ਉਸ ਕੋਠੀ ਦੇ ਮੋਹਰਿਓਂ ਲੰਘਣ ਲੱਗਿਆ ਕੋਈ ਬੰਦਾ ਹੱਥ ਜੋੜ ਕੇ ਸਿਰ ਨਹੀਂ ਝੁਕਾਉਂਦਾ, ਕੋਈ ਉਸ ਕੋਠੀ ਨੂੰ ਮੱਥਾ ਟੇਕ ਕੇ ਨਹੀਂ ਜਾਂਦਾ। ਕਿਉਂ? ਇਹ ਤਾਂ ਦੁਨਿਆਵੀ ਲੋਕ ਕਹਿ ਦੇਣਗੇ ਪਤਾ ਨਹੀਂ ਕਿੱਥੋਂ ਲੁੱਟ ਬਣਾ ਰਹੇ ਨੇ। ਉਸ ਕੋਠੀ ਨੂੰ ਕੋਈ ਮੱਥਾ ਨਹੀਂ ਟੇਕੇਗਾ, ਭਾਵੇਂ ਕਰੋੜਾਂ ਰੁਪਇਆ ਖਰਚਿਆ ਹੋਵੇ। ਗੁਰੂ ਦੀ ਬਣੀ ਹੋਈ ਘਰ ਦੀ ਬਿਲਡਿੰਗ ਭਾਵੇਂ ਸਾਧ ਸੰਗਤ 10-20-50 ਹਜ਼ਾਰ ਰੁਪਏ ਦਾ ਗੇਟ ਹੋਵੇ, ਉਸ ਗੇਟ ਅੱਗਿਓਂ ਲੰਘਣ ਲੱਗਿਆਂ ਹਰ ਬੰਦੇ ਦੇ ਹੱਥ ਵੀ ਜੁੜਦੇ ਨੇ, ਸਿਰ ਵੀ ਝੁਕਦਾ। ਕਿਉਂ? ਸਿਰ ਬਿਲਡਿੰਗਾਂ ਨੂੰ ਨਹੀਂ, ਇਮਾਰਤ ਨੂੰ ਨਹੀਂ, ਉਹਦੇ ਵਿੱਚ ਇਬਾਦਤ ਦੀ ਮੂਰਤ ਗੁਰੂ ਨੂੰ, ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਝੁਕਦਾ। ਜਿਹਦਾ ਸੰਬੰਧ ਗੁਰੂ ਨਾਲ ਹੋ ਜਾਏ ਉਹਨੂੰ ਸਾਹਿਬੀ ਪ੍ਰਾਪਤ ਹੈ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਾਡੇ ਵਾਸਤੇ ਵੀ ਬਚਨ ਕਿਹਾ, ਭਾਈ ਸਿੱਖਾ ਮੈਂ ਤਾਂ ਤੈਨੂੰ ਵੀ ਸਾਹਿਬੀ ਦੇਣੀ ਚਾਹੁੰਦਾ, ਪਰ ਅਫਸੋਸ ਤੂੰ ਸਾਹਿਬੀ ਤੋਂ ਦੂਰ ਜਾ ਰਿਹਾ। ਸਿੱਖਾ ਮੈਂ ਤਾਂ ਤੈਨੂੰ ਵੀ ਸਾਹਿਬ ਬਣਾਉਣਾ ਚਾਹੁੰਦਾ, ਤੂੰ ਕਿਸੇ ਜਾਤ ਬਰਾਦਰੀ ਦਾ ਹੋਵੇਂ, ਕਿਸੇ ਪਰਿਵਾਰ ਦਾ, ਕਿਸੇ ਕੁਲ ਵੰਸ਼ ਦਾ ਹੋਵੇਂ, ਤੈਨੂੰ ਤਾਂ ਗੁਰੂ ਦੇ ਘਰ ਵਿੱਚ ਸਾਹਿਬੀ ਪ੍ਰਾਪਤ ਹੋ ਸਕਦੀ ਹੈ, ਪਰ ਗੁਰੂ ਦੀ ਸ਼ਰਤ ਵਿੱਚੋਂ ਤੈਨੂੰ ਗੁਜ਼ਰਨਾ ਪਏਗਾ। ਸਿੱਖਾ ਗੁਰੂ ਤਾਂ ਤੈਨੂੰ ਵੀ ਸਾਹਿਬੀ ਦੇਣੀ ਚਾਹੁੰਦਾ, ਪਰ ਅਫਸੋਸ ਤੂੰ ਗੁਰੂ ਦੀ ਸਾਹਿਬੀ ਤੋਂ ਦੂਰ ਜਾ ਰਿਹਾ। ਪਤਾ ਕਿਉਂ? ਪਾਤਸ਼ਾਹ ਕਹਿੰਦੇ ਨੇ ਜਿਹੜਾ ਰਹਿਣੀ ਵਿੱਚ ਆ ਜਾਏ ਉਹਨੂੰ ਗੁਰੂ ਸਾਹਿਬੀ ਬਖਸ਼ ਦਿੰਦਾ। ਤੁਸੀਂ ਪੜ੍ਹਦੇ ਹੋ, ਸੁਣਦੇ ਹੋ, ਕਲਗੀਧਰ ਪਾਤਸ਼ਾਹ ਨੇ ਕਿਹਾ ਆ ਸਿੱਖਾ ਮੈਂ ਤਾਂ ਤੈਨੂੰ ਵੀ ਸਾਹਿਬ ਬਣਾਉਣਾ ਚਾਹੁੰਦਾ, ਪਰ ਤੂੰ ਮੇਰੇ ਤੋਂ ਦੂਰ ਭੱਜ ਰਿਹਾ, ਮੇਰੇ ਦੇ ਨੇੜੇ ਨਜ਼ਦੀਕ ਨਹੀਂ ਆ ਰਿਹਾ। ਜਿੱਦਣ ਗੁਰੂ ਦਾ ਹੁਕਮ ਮੰਨ ਕੇ ਤੁਰ ਪੈਂਗਾ ਉਦਣ ਦਸਮ ਪਾਤਸ਼ਾਹ ਕਹਿੰਦੇ ਮੈਂ ਤਾਂ ਤੈਨੂੰ ਵੀ ਸਾਹਿਬ ਬਣਾ ਦਾਂਗਾ। ਹਜ਼ੂਰ ਕਹਿੰਦੇ ਨੇ ਰਹਿਣੀ ਰਹਿ ਸੋਈ ਸਿੱਖ ਮੇਰਾ, ओ साहिब मैं उसका चेहरा। आ भाई तू रहनी विच आ जा, मैं तेनू साहिब बना दांगा। रहनी रह सोई सिख मेरा, ओ साहिब मैं उसका चेहरा। जिदन सिख रहनी विच आ जाए, गुरु दी रहनी गुरु दी रहते है, फिर तेनू विश्वास एक ते रखना पैना। छोटी जी बेनती ध्यान नाल समझियो। सिख कौम के बहुत ही प्यारे विद्वान श्रीमान संत बाबा हरी सिंह जी बैठे ने। साध संगत गुरु की रहत गुरु की रहनी पता की है,
पातशाह की शर्त है, जे तू मेरे घर में आना चाहुंदा है फिर सब तो पहली गल तेरे ते मेरे विचकार विश्वास का रिश्ता होना चाहिए। जे विश्वास नहीं, गुरु उन्होंने कदे घर में थां नहीं दिंदा। बिना विश्वास तो गुरु नाल कोई रिश्ता बन ही नहीं सकता। तुसी मना झात मारियो, मंगते बंदे नूं किहड़ा अपने घर दे अंदर बाड़दा जी? कोई मंगते नूं कहंदा वे आओ ड्राइंग रूम च बैठो तुहानूं प्रशादा छकाईए। कोई मंगते नूं कहंदा वे आ जाओ जी कोठी दे अंदर, घर दे अंदर बहने आ, चल जल पानी भोजन प्रशादा चाह छकाईए। क्यों? मंगते नूं दरवाजे तो मोड़ दईदा। उहदा रीजन ये है वो विश्वास पात्र नहीं, उहदे नाल प्रेम नहीं बनिया। घर विच किहनूं लियाईदा? जिहदे उत्ते विश्वास बन जाए, जिहड़ा विश्वास पात्र होवे, जिहदे नाल प्यार होवे। आपां गुरु दे दर उत्ते पदार्थ मंगण आ रहे, जिन्नी देर अपनियां संसारी मंगां खत्म नहीं हुंदियां, माफ़ करियो, भावें तुसीं सुनन वाले हो भावें असीं सुणाउण वाले, कानून सब ते कोई गुरु दा लागू हुंदा है। जिन्नी देर दुनियावी मंग है, गुरु ने तैनूं घर विच थां नहीं देनी। दरवाजे तो आने मंग रहे मिल जाता है, वो मोड़ दिंदा है। जे तू गुरु दे गृह गुरु दे घर विच आउणा चाहुंदा, फिर गुरु दी शर्त है गुर के गृह सेवक जो रहे। पढ़ो, गुर के गृह सेवक जो रहे, गुर की आज्ञा मन में सह। एक बार सारे पढ़ो तो याद रहेगा। गुर के गृह सेवक जो रहे, गुर की आज्ञा मन में। गुरु की आज्ञा सहनी सिख। उतों अगली शर्त है तू आज्ञा मनदा भी होवे पर जनावे ना। मैं तो जी बहुत पक्का सिख है, मैं तो कदे हुक्म अदूली की नहीं है जी। मैं तो रहत का बहुत पक्का है, मेरी तो रहत बहुत पक्की है। मैं इस तरह के खुश्क लोग वेखे ने जिहड़े कहने बे अमृतिया होवे, अमृत नहीं छकिया तेरे हथों चीज़ नहीं लैके खानी। अमृतधारी होवे ਉਹਦੇ ਕੋਲੋਂ भोजन प्रशादा छकना ठीक है, सुचमता रखनी चाहिए है, पर इन्नी सख्ताई नहीं वे अमृतधारी ना होवे उतों तुसी फर्क करन लग जाओ। ये साध संगत प्रेम का विषय। इन्नी कट्टड़ता माफ़ करियो, सुक्कियां हुई चीज़ां टुटन लग पैंदियां ने, नरम चीज़ां ही झुकदियां ने। ये ठीक है, सुचमता चाहिए है, रहत चाहिए है, पर बादशाह ने पहला इंसानियत कही है। हर बंदे नूं कहिए जी ये अमृतधारी होवे उतों लैके खाना है। एक सज्जन किसी के घर गया, कहना जी तुहाडे घर अमृतधारी ने, असीं प्रशादा नहीं छकना, फ्रूट लिया दिओ। प्रशादा नहीं छकना, फ्रूट लिया दिओ, क्योंकि तुहाडे घर विच कोई अमृतधारी नहीं, इसलिए तुहाडे घरों प्रशादा नहीं छक सकते, फ्रूट लिया दिओ। मैं उन्होंने कहा भी जिहदे कोलों फ्रूट खरीद के लियांदा अमृतधारी है, वो तो सगों ज़्यादा जरदा खांदा है। जिहड़े रेहड़ी वाले कोलों फ्रूट खरीदे है, वो तो पता नहीं कितना जरदा ला के मूँह में बीड़ी सिगरट पी के उन्हें फ्रूट दिता होना है। साध संगत सुचमता चाहिए है, पर उहदा भाव ये नहीं कि आपां सख्त हो जाइए। पातशाह ने वचन कहे तू रहनी विच भी रवे, पर अगली शर्त आपस कहो कर कश न जनावे। पढ़ो, आपस कहो कर कश न जनावे, हर हर नाम हृदय सद ध्यावे। मन बेचे सतगुर के पास, तिस सेवक के कारज रास। धन गुरु नानक साहब महाराज जदों भाई मरदाने के घर वाली ने एक दिन कहा जी लोकी कहते ने सारा दिन मरदाना गुरु नानक साहब नाल रहिंदा है, पर कई माइयां ने मिहना मारिया कि तुहाडे घर गुरु नानक तां कदे आउंदे नहीं। मरदाने नूं नाल रखते ने, कदे अपने महल्ले, कदे हवेली, कदे अपने घर जिधर आपां रहिंदे मरासी डूम जिन्हां नूं लोग शूदर कहंदे ने, अपने महल्ले में अपने घर तक कदे गुरु नानक साहब आए नहीं। तो भाई मरदाने के मन में भी उदण आया, हाँ महाराज मैनू बुला लेंदे ने सुनिया दे के, पर मेरे घर नहीं कदे आए। मैनू सुनिया दे के बुला लेंदे ने,
ਤੇ ਘਰ ਵਾਲੀ ਨੇ ਕਿਹਾ ਜੀ ਕਦੇ ਘਰ ਸੱਦੋ ਫਿਰ ਮੰਨੀਏ। ਗੁਰੂ ਨਾਨਕ ਸਾਹਿਬ ਮਹਾਰਾਜ ਵਾਕਈ ਨੀਚਿਆਂ ਨੂੰ ਨੀਵਿਆਂ ਨੂੰ ਬਰਾਬਰ ਪਿਆਰ ਕਰਦੇ ਨੇ। ਤੇ ਭਾਈ ਮਰਦਾਨਾ ਉੱਠ ਕੇ ਚਲੇ ਗਏ, ਕਹਿਣਗੇ ਅੱਜ ਮੈਂ ਬੁਲਾ ਕੇ ਲਿਆਉਣੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣਾ, ਮਹਾਰਾਜ ਪਹਿਲਾਂ ਮੇਰੇ ਘਰ ਚਰਨ ਪਾਓ। ਜਿਹੜੇ ਮੇਰੇ ਮਹੱਲੇ ਵਾਲੇ ਕਹਿੰਦੇ ਕਦੇ ਮਰਾਸੀਆਂ ਦੀ ਹਵੇਲੀ ਮਰਾਸੀਆਂ ਦੀ ਕਦੇ ਬਸਤੀ ਵੱਲ ਗੁਰੂ ਨਾਨਕ ਸਾਹਿਬ ਆਏ ਨਹੀਂ, ਅੱਜ ਮੈਂ ਗੁਰੂ ਨਾਨਕ ਸਾਹਿਬ ਨੂੰ ਘਰ ਲਿਆਉਣਾ। ਇਤਿਹਾਸ ਕਹਿੰਦਾ ਭਾਈ ਮਰਦਾਨਾ ਘਰ ਤੋਂ ਬਾਹਰ ਨਿਕਲੇ, ਸਾਹਮਣੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਹੁੰਦੇ ਨੇ। ਬੜੇ ਪਿਆਰ ਦੇ ਨਾਲ ਹਜ਼ੂਰ ਨੇ ਕਿਹਾ, ਮਰਦਾਨਿਆਂ ਭੁੱਖ ਬੜੀ ਲੱਗੀ ਹੈ, ਮਨ ਕਰਦਾ ਤੇਰੇ ਘਰ ਪ੍ਰਸ਼ਾਦਾ ਛਕੀਏ। ਅੱਖਾਂ ਭਰ ਆਈਆਂ, ਦਾਤਿਆ ਮੈਂ ਤਾਂ ਇਕੱਲੇ ਚਰਨ ਧੋਣ ਲਈ ਤੁਹਾਨੂੰ ਲੈਣ ਆਇਆ ਸੀ, ਤੁਸੀਂ ਤਾਂ ਪ੍ਰਸ਼ਾਦਾ ਛਕਣ ਦੀ ਗੱਲ ਕਹਿੰਦੇ ਹੋ। ਇਸ ਤੋਂ ਵੱਡਾ ਹੁਣ ਹੋਰ ਕੌਣ ਦਾਤਾ ਹੋ ਸਕਦਾ ਹੈ। ਪਾਤਸ਼ਾਹ ਘਰ ਵੀ ਗਏ, ਬਹਿ ਕੇ ਡੂਮ ਮਰਾਸੀਆਂ ਦੇ ਪ੍ਰਸ਼ਾਦਾ ਵੀ ਛਕਿਆ। ਔਰ ਹਜ਼ੂਰ ਨੇ ਕਿਹਾ, ਮਰਦਾਨਿਆਂ ਅੱਜ ਤੇਰੀ ਥਾਲੀ ਵਿੱਚੋਂ ਛਕਣਾ ਹੈ। ਐਵੇਂ ਨਹੀਂ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਸਾਧ ਸੰਗਤ ਤੁਹਾਨੂੰ ਪ੍ਰੇਮ ਦੀ ਕਥਾ ਸੁਣਾ ਕੇ ਗਏ ਨੇ ਬਾਬਾ ਜੀ, ਪ੍ਰੇਮ ਦੀ ਕਹਾਣੀ ਉੱਥੇ ਆ ਕੇ ਮੁੱਕਣੀ ਪ੍ਰੇਮ ਤੇ। ਪਾਤਸ਼ਾਹ ਨੇ ਕਿਹਾ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ। ਨਾਲ ਪੜੋ ਜਿਨ੍ਹਾਂ ਨੂੰ ਬਾਣੀ ਯਾਦ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਭਾਈ ਸੇਵਾ ਕਰ, ਕੋਈ ਕਾਮਨਾ ਨਾ ਹੋਵੇ ਮਨ 'ਚ। ਨੇ ਕਾਮੀ ਦਾ ਅਰਥ ਇਹ ਨਹੀਂ ਹੈ ਵੀ ਉਹ ਕਵੇ ਜੀ ਨਿਸ਼ਕਾਮ, ਜਿਹੜੇ ਪੈਸੇ ਨਹੀਂ ਲੈਂਦੇ ਉਹ ਨਿਸ਼ਕਾਮ ਨੇ। ਇੱਥੇ ਨਿਹਕਾਮੀ ਦਾ ਅਰਥ ਹੈ ਤੂੰ ਸੇਵਾ ਕਰੇ, ਬਾਣੀ ਪੜ੍ਹੇ, ਨਾਮ ਜਪੇ, ਪਰ ਕੋਈ ਕਾਮਨਾ ਨਾ ਉਦੋਂ ਪੈਦਾ ਹੋਵੇ ਮਨ 'ਚ। ਉਦੋਂ ਗੁਰੂ ਤੋਂ ਇਲਾਵਾ ਹੋਰ ਕੋਈ ਫੁਰਨਾ ਪੈਦਾ ਨਾ ਹੋਵੇ। ਉਦੋਂ ਤੇਰੇ ਮਨ ਦੇ ਅੰਦਰ ਸੇਵਾ ਦੇ ਭਾਵ ਤੋਂ ਬਾਅਦ ਹੋਰ ਕੋਈ ਕਾਮਨਾ ਪੈਦਾ ਨਾ ਹੋਵੇ। ਜਿੱਦਣ ਸੇਵਾ ਕਰਦਿਆਂ ਨਿਹਕਾਮੀ ਹੋ ਗਿਆ, ਉਦਣ ਤੈਨੂੰ ਗੁਰੂ ਮਿਲ ਪੈਂਦਾ, ਉਦਣ ਰੱਬ ਮਿਲ ਜਾਏਗਾ, ਉਦਣ ਤੇਰੀ ਕੀਤੀ ਹੋਈ ਸੇਵਾ ਸਫਲ ਹੋ ਜਾਏਗੀ। ਥੋੜੀ ਜਿਹੀ ਗੱਲ ਹੁਣ ਹੋਰ ਸਮਝਿਓ। ਪਾਤਸ਼ਾਹ ਨੇ ਰਹਿਣੀ ਇਹ ਦਿੱਤੀ ਹੈ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸਿੱਖਾਂ ਵਿਸ਼ਵਾਸ ਪੈਦਾ ਹੋਵੇ। ਜੇ ਤੇਰਾ ਤੇ ਗੁਰੂ ਦੇ ਵਿਚਕਾਰ ਵਿਸ਼ਵਾਸ ਦਾ ਰਿਸ਼ਤਾ ਨਾ ਬਣਿਆ, ਫਿਰ ਗੁਰੂ ਨੇ ਵੀ ਕਹਿ ਦਿੱਤਾ, ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਇੱਕ ਹੱਥ ਵਿੱਚ ਦਸਮ ਪਾਤਸ਼ਾਹ ਦਾ ਕੜਾ ਵੀ ਪਾਇਆ ਤੇ ਦੂਜੇ ਹੱਥ ਵਿੱਚ ਕਿਸੇ ਦਾ ਧਾਗਾ ਵੀ ਬੰਨਿਆ। ਹੁਣ ਗੁਰੂ ਤੇਰੇ ਤੇ ਕੀ ਵਿਸ਼ਵਾਸ ਕਰੇ, ਤੈਨੂੰ ਕਿਵੇਂ ਸਾਹਿਬ ਬਣਾ ਦੇ। ਤੂੰ ਗੁਰੂ ਦੀ ਰਹਿਣੀ ਵਿੱਚ ਆਉਣਾ, ਇੱਕ ਹੱਥ ਵਿੱਚ ਦਸਮ ਪਿਤਾ ਦਾ ਕੜਾ ਵੀ ਪਹਿਨਿਆ, ਦੂਜੇ ਹੱਥ ਵਿੱਚ ਕਿਸੇ ਦਾ ਧਾਗਾ ਵੀ ਬੰਨਿਆ। ਸਿੱਖਾ ਇੱਕ ਹੱਥ ਵਿੱਚ ਗੁਰੂ ਦਾ ਕੜਾ ਵੀ ਪਾਇਆ ਹੋਇਆ, ਦੂਜਾ ਹੱਥ ਕਿਸੇ ਨੂੰ ਵਿਖਾ ਕੇ ਵੀ ਆਇਆ ਜੀ, ਹੱਥ ਵੇਖਿਓ, ਕੰਮ ਨਹੀਂ ਬਣਦਾ। ਫਿਰ ਗੁਰੂ ਕਹੇਗਾ, ਆਪਣੀ ਪ੍ਰਤੀਤ ਆਪ ਹੀ ਖੋਵੇ। ਮੈਂ ਤਾਂ ਤੇਰੀ ਬਾਹ ਪਕੜ ਲੈਣੀ ਸੀ, ਪਰ ਤੂੰ ਵਿਸ਼ਵਾਸ ਗਵਾ ਲਿਆ। ਜਦੋਂ ਕਿਸੇ ਨੂੰ ਹੱਥ ਵਿਖਾ ਕੇ ਆਉਨੇ, ਕੰਮ ਨਹੀਂ ਬਣਦਾ ਜੀ, ਹੱਥ ਦੇਖਿਓ। ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਇੱਕ ਦਿਨ ਮੈਂ ਅੱਗੇ ਵੀ ਦਰਬਾਰ ਸਾਹਿਬ ਤੋਂ ਬੇਨਤੀ ਕਹੀ, ਅੰਮ੍ਰਿਤ ਛਕਣਾ ਗੁਰੂ ਦੇ ਜਹਾਜ਼ੇ ਚੜ੍ਹਨਾ ਨਹੀਂ। ਆਪਾਂ ਕਹੀਦਾ ਜੀ ਅੰਮ੍ਰਿਤ ਛਕੋ, ਗੁਰੂ ਦੇ ਜਹਾਜ਼ ਚੜ੍ਹੋ। ਅੰਮ੍ਰਿਤ ਛਕਣਾ ਗੁਰੂ ਦੇ ਜਹਾਜ਼ੇ ਚੜ੍ਹਨਾ ਨਹੀਂ। ਅੰਮ੍ਰਿਤ ਛਕਣਾ ਸਾਧ ਸੰਗਤ ਐ ਜਿਵੇਂ ਜਹਾਜ਼ ਵਿੱਚ ਚੜ੍ਹਨ ਦੀ ਟਿਕਟ ਲੈਣੀ ਹੈ। ਹੁਣ ਟਿਕਟ ਲੈ ਕੇ ਕੋਈ ਬੰਦਾ ਏਅਰਪੋਰਟ ਤੋਂ ਬਾਹਰ ਘੁੰਮੀ ਜਾਵੇ, ਉਹ ਬਾਹਰ ਤੇ ਨਹੀਂ ਜਾ ਸਕਦਾ ਨਾ। ਬਹੁਤ ਲੋਕ ਨੇ ਜਿਹੜੇ ਟਿਕਟ ਲੈ ਕੇ ਏਅਰਪੋਰਟ ਤੋਂ ਬਾਹਰ ਰਹਿ ਜਾਂਦੇ ਨੇ, ਔਰ ਜਦੋਂ ਐਂਟਰ ਕਰਨਗੇ ਉਹ ਕਹਿੰਦੇ ਜੀ ਫਲਾਈਟ ਤਾਂ ਲੰਘ ਗਈ ਤੁਹਾਡੀ, ਟਿਕਟ ਤੁਹਾਡੇ ਹੱਥ ਵਿੱਚ ਹੈ ਪਰ ਫਲਾਈਟ ਤੁਹਾਡੀ ਲੰਘ ਗਈ ਹੈ, ਹੁਣ ਤੁਸੀਂ ਜਾ ਨਹੀਂ ਸਕੋਗੇ। ਅੰਮ੍ਰਿਤ ਛਕਣਾ ਟਿਕਟ ਲੈਣ ਦੇ ਬਰਾਬਰ ਹੈ। ਪਰ ਯਾਦ ਰੱਖਿਓ, ਜਹਾਜ਼ੇ ਚੜ੍ਹਨਾ ਗੁਰੂ ਦੀ ਰਹਿਤ, ਗੁਰੂ ਦੀ ਰਹਿਣੀ, ਗੁਰੂ ਦਾ ਉਪਦੇਸ਼ ਕਮਾਉਣਾ ਹੈ। ਗੁਰੂ ਦਾ ਹੁਕਮ ਮੰਨ ਕੇ, ਗੁਰ ਕੀ ਆਗਿਆ ਮਨ ਮੈਂ ਸਹਿ, ਤੁਸੀਂ ਬਹਿ ਗਏ ਹੋ ਜਹਾਜ਼ ਵਿੱਚ।
ਜੋ ਗੁਰ ਕਹੈ ਸੋਈ ਭਲ ਮੰਨੈ। ਫਿਰ ਜਹਾਜ਼ ਵਿੱਚ ਬਹਿ ਗਏ ਹੋ ਤੇ ਜੋ ਗੁਰੂ ਨੇ ਕਿਹਾ ਉਹ ਮੰਨਿਆ ਨਹੀਂ, ਸਿਰਫ ਟਿਕਟ ਲਈ ਹੈ। ਕੋਈ ਕਹੀ ਜਾਵੇ ਮੇਰੇ ਕੋਲ ਟਿਕਟ ਹੈ USA ਦੀ, ਜਿੰਨੀ ਦੇਰ ਤੁਸੀਂ ਜਹਾਜ਼ ਵਿੱਚ ਨਹੀਂ ਬਹਿੰਦੇ ਉਨੀ ਦੇਰ ਪਹੁੰਚ ਹੀ ਨਹੀਂ ਸਕੋਗੇ। ਗੁੱਸਾ ਨਾ ਕਰਿਓ। ਅੰਮ੍ਰਿਤ ਛਕ ਕੇ ਗੁਰੂ ਦੇ ਜਹਾਜ਼ੇ ਕਹਿ ਦਿੱਤਾ ਜੀ ਆਪਾਂ ਗੁਰੂ ਦੇ ਜਹਾਜ਼ੇ ਚੜ੍ਹ ਗਏ। ਕੀ ਗੁਰੂ ਦਾ ਜਹਾਜ਼ ਕਬਰਾਂ ਤੇ ਉਤਰ ਜਾਂਦਾ? ਕੀ ਗੁਰੂ ਦਾ ਜਹਾਜ਼ ਕਿਸੇ ਜੋਤਸ਼ੀ ਦੀ ਦੁਕਾਨ ਤੇ ਉਤਰ ਜਾਂਦਾ? ਵੇ ਜੀ ਗੰਢ ਮੂਲ ਵੇਖਿਓ, ਮੰਗਲੀਕ ਵੇਖਿਓ, ਆ ਵੇਖੋ ਜੀ ਕੰਮ ਨਹੀਂ ਬਣਦਾ। ਉਹ ਕਹਿੰਦਾ ਜੀ ਸ਼ਨੀਵਾਰ ਤੁਹਾਡੇ ਤੇ ਭਾਰਾ ਬਹੁਤ ਹੈ, ਤੇਲ ਪਾਓ। ਗੁਰੂ ਦੇ ਜਹਾਜ਼ੇ ਚੜ੍ਹਨ ਵਾਲਾ ਸ਼ਨੀਵਾਰ ਤੇਲ ਪਾਉਂਦਾ ਕਿਤੇ? ਜਿਹੜਾ ਗੁਰੂ ਦੇ ਜਹਾਜ਼ੇ ਚੜ੍ਹਿਆ ਉਹ ਪੂਰੇ ਵਿਸ਼ਵਾਸ ਭਰੋਸੇ ਨਾਲ ਰੋਜ਼ ਕਹਿੰਦਾ ਦਾਤਾ ਦੁੱਖ ਹੋਵੇ ਸੁੱਖ ਹੋਵੇ, ਮੈਨੂੰ ਤੇਰਾ ਉਪਦੇਸ਼ ਸਮਝ ਆ ਗਿਆ ਕਿ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਜਿਹੜਾ ਗੁਰੂ ਦੇ ਜਹਾਜ਼ੇ ਚੜਿਆ ਉਹ ਗੁਰੂ ਦਾ ਅੰਮ੍ਰਿਤ ਛਕ ਕੇ ਕਹਿੰਦਾ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਦਾਦਾ ਤੇਰੇ ਭਰੋਸੇ ਮੈਂ ਚੱਲ ਪਿਆ, ਆ ਸਰੀਰ ਇੰਦਰੀਆਂ ਦਾ ਪਰਿਵਾਰ ਹੁਣ ਸਭ ਤੇਰੇ ਬੇੜੇ ਵਿੱਚ ਬਿਠਾ ਦਿੱਤਾ ਹੈ। ਅੱਖਾਂ ਦੀ ਜ਼ਿੰਮੇਵਾਰੀ ਵੀ ਤੇਰੀ ਹੈ, ਮਨ ਦੀ ਜ਼ਿੰਮੇਵਾਰੀ ਵੀ ਤੇਰੀ ਹੈ। ਪਾਤਸ਼ਾਹ ਸਾਡੀ ਨਹੀਂ ਹੋਏ ਕੋਈ ਜ਼ਿੰਮੇਵਾਰੀ, ਅਸੀਂ ਆਪਾਂ ਸਮਰਪਣ ਕਰ ਦਿੱਤਾ ਹੈ। ਹੁਣ ਇਹਨਾਂ ਅੱਖਾਂ ਨੂੰ ਕੀ ਵਿਖਾਉਣਾ ਇਹ ਵੀ ਤੁਹਾਡੀ ਜ਼ਿੰਮੇਵਾਰੀ ਹੈ। ਕੰਨਾਂ ਨੂੰ ਕੀ ਸੁਣਾਉਣਾ ਦਾਤਾ ਇਹ ਵੀ ਤੇਰੀ ਜ਼ਿੰਮੇਵਾਰੀ ਹੈ। ਇਹ ਹੁਣ ਜੀਓ ਪਿੰਡ ਮੈਂ ਸੌਂਪ ਦਿੱਤਾ ਹੈ। ਜਿੱਦਣ ਕੋਈ ਇੰਨਾ ਸਮਰਪਣ ਹੋ ਕੇ ਚੱਲਦਾ, ਇੱਕ ਗੱਲ ਯਾਦ ਰੱਖਿਓ, ਸਰੀਰ ਤੋਂ ਸੁਰਤ ਤੇ ਇੰਦਰੀਆਂ ਦੀ ਜ਼ਿੰਮੇਵਾਰੀ ਗੁਰੂ ਦੀ ਹੋ ਜਾਂਦੀ ਹੈ। ਤੁਹਾਨੂੰ ਮਾੜੇ ਬੰਦੇ ਮਿਲਣਗੇ ਹੀ ਨਹੀਂ, ਤੁਸੀਂ ਸ਼ਬਦ ਹੀ ਨਹੀਂ ਸੁਣੋਗੇ। ਜਦੋਂ ਗੁਰੂ ਬਖਸ਼ਿਸ਼ ਕਰਕੇ ਆਪਣੇ ਬੇੜੇ ਜਹਾਜ਼ 'ਚ ਬਿਠਾ ਲੈਂਦਾ, ਤੁਸੀਂ ਵੇਖੋਗੇ ਦੁਨੀਆ ਦਾ ਅਸਰ ਹੋਣਾ ਜਹਾਜ਼ ਉੱਤੇ ਬੰਦ ਹੋ ਜਾਂਦਾ। ਜਦੋਂ ਜਹਾਜ਼ ਧਰਤੀ ਤੋਂ ਟੇਕ ਆਫ ਕਰਦਾ ਨਾ, ਉਦੋਂ ਪਾਇਲਟ ਕਹਿੰਦੇ ਵੀ ਆਪੋ ਆਪਣੀਆਂ ਸੀਟਾਂ ਉੱਤੇ ਸੀਟ ਬੈਲਟ ਲਾ ਕੇ ਬਹਿ ਜਾਓ, ਤੁਹਾਨੂੰ ਉੱਠਣ ਦਾ ਅਧਿਕਾਰ ਨਹੀਂ ਹੈ। ਜਿਹੜਾ ਵਿੱਚ ਵੀ ਕਰੂਜ਼ ਕੰਮ ਕਰਦਾ, ਜਿਹੜੀਆਂ ਬੱਚੀਆਂ 에ਅਰ ਹੋਸਟਲ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਵੀ ਉੱਠਣ ਦਾ ਅਧਿਕਾਰ ਨਹੀਂ, ਉਹ ਵੀ ਸੀਟ ਤੇ ਬਹਿ ਜਾਂਦੀਆਂ ਨੇ। ਵਿਦਿਨ 10-12 ਮਿੰਟ ਬਾਅਦ ਪਾਇਲਟ ਇੱਕ ਬਟਨ ਦੱਬ ਕੇ ਸੰਕੇਤ ਕਰ ਦਿੰਦਾ ਹੈ ਵੀ ਹੁਣ ਬੈਲਟ ਜਿਹੜੀ ਹੈ ਉਹ ਸੀਟ ਖੋਲੀ ਜਾ ਸਕਦੀ ਹੈ, ਤੁਰ ਫਿਰ ਸਕਦੇ ਹੋ। ਕਿਉਂ? ਹੁਣ ਜਹਾਜ਼ ਧਰਤੀ ਤੋਂ ਉਸ ਸਤਹ ਤੇ ਚਲਾ ਗਿਆ ਜਿੱਥੇ ਧਰਤੀ ਉੱਤੇ ਵਰਤਣ ਵਾਲੀ ਘਟਨਾ ਦਾ ਅਸਰ ਜਹਾਜ਼ ਤੇ ਨਹੀਂ ਹੁੰਦਾ। ਮੀਂਹ ਧਰਤੀ ਤੇ ਪੈਂਦਾ, ਜਹਾਜ਼ ਸੁੱਕਾ ਹੈ। ਧਰਤੀ ਉੱਤੇ ਮੀਂਹ ਪੈ ਰਿਹਾ ਹੈ, ਉੱਪਰ ਆਕਾਸ਼ ਵਿੱਚ ਜਹਾਜ਼ ਬਿਲਕੁਲ ਸੁੱਕਾ ਜਾ ਰਿਹਾ ਹੈ, ਉਹਦੇ ਉੱਤੇ ਮੀਂਹ ਨਹੀਂ। ਜੋ ਧਰਤੀ ਤੇ ਹੋ ਰਿਹਾ ਹੈ ਉਹ ਜਹਾਜ਼ ਤੇ ਅਸਰ ਹੋਣਾ ਬੰਦ ਹੋ ਗਿਆ ਹੈ। ਇੱਦਾਂ ਅੰਮ੍ਰਿਤ ਛਕ ਕੇ ਗੁਰੂ ਦੇ ਜਹਾਜ਼ੇ ਚੜ੍ਹਨ ਵਾਲਿਆ, ਇਹਦਾ ਭਾਵ ਇਹ ਹੈ ਜੋ ਸੰਸਾਰੀ ਤਲ ਤੇ ਹੋ ਰਿਹਾ ਤੇਰੇ ਉੱਤੇ ਹੁਣ ਅਸਰ ਨਹੀਂ ਹੋਏਗਾ। ਤੂੰ ਖਾਲਸ ਹੋ ਗਿਆ, ਤੂੰ ਸਿੱਧਾ ਖਾਲਸਾ ਬਣ ਕੇ ਅਕਾਲ ਪੁਰਖ ਦੇ ਅਧੀਨ ਹੋ ਗਿਆ, ਦੁਨੀਆ ਦੇ ਕਾਲ ਦੇ ਅਧੀਨ ਨਹੀਂ। ਤੇਰਾ ਪੂਰਾ ਵਿਸ਼ਵਾਸ ਅੰਦਰ ਬਣ ਗਿਆ ਉਸ ਦਾਤੇ ਉੱਤੇ ਭਰੋਸਾ ਰੱਖ ਕੇ। ਇੱਕ ਵਾਰ ਆਪਾਂ ਵੀ ਚਿੱਤ ਜੋੜ ਕੇ ਪਹਿਲਾਂ ਗੁਰੂ ਨੂੰ ਕਹੀਏ, ਫਿਰ ਅੱਗੇ ਤੁਰਦੇ। ਐ ਸੁਰਤ ਟਿਕਾ ਕੇ ਕਹੋ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ। ਦੀਨ ਦਇਆਲ ਭਰੋਸੇ ਸਭ ਪਰਿਵਾਰ ਸਭ ਪਰਿਵਾਰ ਚੜਾਇਆ ਬੇੜੇ। ਸਭ ਪਰਿਵਾਰ ਚੜਾਇਆ ਬੇੜੇ। ਸਭ ਪਰਿਵਾਰ ਚੜਾਇਆ ਸਭ ਪਰਿਵਾਰ। ਦੀਨ ਦਇਆਲ ਭਰੋਸੇ ਤੇਰੇ ਦੀਨ ਦਇਆਲ ਭਰੋਸੇ ਤੇਰੇ ਦੀਨ ਦਇਆਲ ਭਰੋਸੇ ਦੀਨ ਦਇਆਲ। ਜਿੱਦਣ ਪੂਰਾ ਭਰੋਸਾ ਵਿਸ਼ਵਾਸ 100% ਗੁਰੂ ਤੇ ਬਣ ਗਿਆ, ਜਿਵੇਂ ਪਾਣੀ ਦੇ ਵਿਚਲਾ ਤਾਪਮਾਨ 100 ਡਿਗਰੀ ਤੇ ਚਲਾ ਜਾਏ, ਆਕਾਸ਼ ਵੱਲ ਯਾਤਰਾ ਉਹ ਭਾਫ ਬਣ ਕੇ ਸ਼ੁਰੂ ਕਰ ਦਿੰਦਾ, ਵਾਸ਼ਪ ਬਣ ਕੇ ਉੱਡਦਾ। ਇੱਦਾਂ ਤੇਰੇ ਅੰਦਰ 100% ਵਿਸ਼ਵਾਸ ਪੂਰਾ ਹੋ ਜਾਏ, ਸਰੀਰ ਵਿੱਚ ਵਰਤਣ ਵਾਲੀ ਸੁਰਤ ਸ਼ਬਦ ਵੱਲ ਦੇ ਪਾਸੇ ਤੁਰ ਪੈਗੀ। ਉਸ ਤੋਂ ਪਹਿਲਾਂ ਨਹੀਂ।
ये सब कुछ माफ़ करो। तुसी सुन रहे हो, मैं सुना रहे हैं, आपां सारियां वास्ते जिन्नी देर 100% विश्वास नहीं, सुरत का शब्द वल तुरना कहना व्यर्थ की घटना है। उस तो पहला बिल्कुल सुरत शब्द के वल नहीं तुरदी जिन्नी देर विश्वास 100% ना हो जाए। 100% गुरु ते भरोसा विश्वास बन जाए। इतों तक दसम पातशाह श्री गुरु गोबिंद सिंह महाराज जी के रहतनामे ने, इतिहास में पातशाह ने कहा मेरा खालसा इन्ना खालस हो गया है, इन्ना शुद्ध हो गया है, वो जागत जोत जपे निस्वासर, एक बिना मन नहक न अन्य, पूर्ण प्रेम पर 30 सजे व्रत गोर, मड़ी मठ भूल न माने, तीर्थ दान दया तप संजम, एक बिना ने एक पछन्ने, पूर्ण जोत जगह घट में, तब खालस ताहे निखालस जन्ने। मेरे खालसे दी अखां दे सामने कोई इन्ना वड्डा जादूगर आ जाए, वो इमारतां पत्थर ते पर्वत हवा विच उड़दे दिखा दे, तभी मेरा खालसा गुरु तो विश्वास पासे नहीं करेगा। देखो हुण अपने सामने कोई चीज़ां आकाश में उड़न लग जाण, आप कहना बड़ा पहुंचा होया बंदा, भी बड़ी शक्ति वाला बंदा है, वो तो जी अखां दे सामने चीज़ां उड़ा देंदे ने। इन्नी करामात किसी को रिद्ध सिद्ध होवे और साध संगत इन्ना वड्डा कोई जादूगर होवे, तभी पातशाह ने कहा मेरा खालसा रंजक मात्र ध्यान जेड़ा है वो अपने गुरु के विश्वास तो कदे नहीं हटाएगा। इन्ना सब कुछ हुंदियां भी खालसा गाएगा कि पाए गए जब ते तुमरे तब ते को आँख तरे नहीं आने ओ। महाराज कितना वड्डा कोई जादूगर होवे, असी अख थले भी नहीं धरदे की है, असी अख थले भी नहीं धरते। हो कौन है? जदों दा तेरे चरणों ते विश्वास बने। पढ़ो, पाए गए हैं जब ते तुमरे तब ते को आँख तरे नहीं आने ओ। राम रहीम पुराण कुरान अनेक कहें मत एक न, सिमरत शास्त्र वेद सब बहु भेद कहे हम एक न जान्यो। श्री असपान कृपा तुमरी कर मैं ना कहो सब तो हेव। इन्ना विश्वास इनू कहंदे गुरपूरा भेट्यो वड भागी मने भया परगासा। कोई ना पहुंचण हारा दूजा अपने साहिब का परवासा। इन्ना विश्वास अपने गुरु ते। फिर वो सिख विश्वास विच कहंदा अपने साहिब का परवासा, अपने सतगुर के बलिहारे अगे सुख पाशे सुख सहजा घर आनंद हमारे। अगे ते पिछे लोक ते परलोक की जिम्मेवारी गुरु दी है। साडा काम सिर्फ विश्वास करना है। तुसी विश्वास करके जहाज में बह जाना है, जिथे जाने उत्थे पहुँचाने की जिम्मेवारी किहदी है? पायलट दी। तुसी उठ के तो नहीं कहते वे इदां चलाओ इधर नूं मोड़ो, उत्थे अपनी कोई मर्जी नहीं है, वो जिम्मेवारी उस पायलट दी है। इदां सिक्खा तू तां गुरु ते विश्वास करके बह जाने, लाज रखण दी जिम्मेवारी गुरु दी है। जिस करके इस धरती नूं सहबी मिली है, उस धन माता गुजर कौर जियां दा जीवन पढ़ो। इतिहास कहंदा है सन 1632 ईस्वी विच आनंद कारज होया। उस तो बाद साध संगत हुण विश्वास वेख्यो किन्ने। आनंद कारज शादी तो बाद 2 साल 4 साल 6 साल 8 साल 10 साल 12 साल 14 साल 18 साल 20 साल गुजर गए, औलाद नहीं होई। पर माता गुजरी दे विश्वास विच फर्क नहीं पिया। इत्थे तां 4 साल किसी दे बच्चा ना होवे, घरां दी हालत वेखो की है, झगड़े होण लग पैंदे ने। 5-7 साल किसी दे औलाद ना होवे, लोग पुछण तुर पैंदे ने। मैनू दिहाड़ी दे सैकड़े फोन लोगों के इदां दीयां गल्लां नाल संबंधित आउंदे ने। एक माई हुण कह रही है, वो कहती जी मैनू 9 साल हो गए ब्याह, मेरे औलाद नहीं हुई। कहनी भाई साहब हुण जिहड़ी मेरी सस है वो कलेस करदी है, ना तो तू साडे लड़के नूं बाहर लैके जा सकी है, तेरी पढ़ाई नूं असीं की करिए, ना तू सानू कोई अंश मंच कोई बच्चा जन्म दिता है,
ਤੇ ਹੁਣ ਮੇਰੀ ਸੱਸ ਕਹਿੰਦੀ ਤੈਨੂੰ ਆਉਂਦਾ ਹੀ ਕੁਛ ਨਹੀਂ, ਤੂੰ ਤਾਂ ਨਹਿਸ਼ ਹੈ, ਜਦੋਂ ਦੀ ਸਾਡੇ ਘਰ ਆਈ ਹੈ ਸਾਨੂੰ ਘਾਟਾ ਪਿਆ। ਕਹਿੰਦੇ ਭਾਈ ਸਾਹਿਬ ਜੀ ਹੁਣ ਮੇਰੇ ਘਰ ਵਾਲੇ ਨੂੰ ਮਗਰ ਲਾ ਲਿਆ, ਉਹ ਵੀ ਬਾਹਰ ਚਲਾ ਗਿਆ, ਫੋਨ ਨਹੀਂ ਕਰਦਾ, ਉਹਨੇ ਮੈਨੂੰ ਘਰੋਂ ਕੱਢਣ ਦਾ ਪ੍ਰੋਗਰਾਮ ਬਣਾ ਲਿਆ। ਇੱਕੋ ਗੱਲ ਤੇ ਅੜੇ ਨੇ, ਬਸ ਤਲਾਕ ਦੇ ਦੇ, ਅਸੀਂ ਨਹੀਂ ਤੈਨੂੰ ਰੱਖਣਾ। ਰੀਜ਼ਨ ਪਤਾ ਕੀ ਹੈ? ਔਲਾਦ ਨਹੀਂ ਹੋਈ। ਲੋਕਾਂ ਦਾ ਵਿਸ਼ਵਾਸ ਹਿਲ ਜਾਂਦਾ ਹੈ। ਜਿਸ ਮਾਂ ਦੇ ਜਨਮ ਸਥਾਨ ਤੇ ਆਪਾਂ ਬੈਠੇ ਆ, ਸਾਧ ਸੰਗਤ ਕੱਲਾ ਦਿਨ ਮਨਾਉਣਾ, ਗੁਰਪੁਰਬ ਮਨਾਉਣੇ, ਇਹ ਐ ਨਹੀਂ ਵੀ ਲੰਗਰ ਲਾ ਦਿੱਤੇ ਮੇਲਾ ਲੱਗ ਗਿਆ, ਨਹੀਂ। ਆ ਕਥਾ ਕੀਰਤਨ ਮਹਾਂਪੁਰਸ਼ ਬੁਲਾਉਣੇ, ਕਥਾ ਕੀਰਤਨ ਕਰਾਉਣਾ, ਇਹਦਾ ਭਾਵ ਇਹ ਹੈ ਇਤਿਹਾਸ ਸੁਣ ਕੇ ਸਾਡੇ ਅੰਦਰ ਵਿਸ਼ਵਾਸ ਪੈਦਾ ਹੋ ਜਾਏ। ਇੰਨਾ ਵਿਸ਼ਵਾਸ ਹੋਣਾ ਚਾਹੀਦਾ। 18 ਸਾਲ ਗੁਜ਼ਰ ਗਏ, ਔਲਾਦ ਨਹੀਂ ਹੋਈ, ਵਿਸ਼ਵਾਸ ਨਹੀਂ ਡੋਲਿਆ। 20 ਸਾਲ ਗੁਜ਼ਰ ਗਏ, 22 ਸਾਲ ਗੁਜ਼ਰ ਗਏ, 24 ਸਾਲ ਗੁਜ਼ਰ ਗਏ, 28 ਸਾਲ ਗੁਜ਼ਰ ਗਏ, ਔਲਾਦ ਨਹੀਂ ਹੋਈ, ਪਰ ਵਿਸ਼ਵਾਸ ਵਿੱਚ ਕੋਈ ਫਰਕ ਨਹੀਂ। ਆਪਣੀਆਂ ਅੱਖਾਂ ਨਾਲ ਵੇਖਿਆ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸੰਗਤ ਆਉਂਦੀ ਹੈ, ਪਾਤਸ਼ਾਹ ਔਲਾਦ ਨਹੀਂ ਹੈ, ਗੁਰੂ ਦਾਤਾਂ ਦੇ ਦਿੰਦੇ ਨੇ, ਪਰ ਕਦੇ ਮਾਂ ਗੁਜਰੀ ਨੇ ਇਹ ਨਹੀਂ ਕਿਹਾ ਮਹਾਰਾਜ ਆਪਣੇ ਘਰ ਬਾਰੇ, ਕਿਹਾ ਹੀ ਨਹੀਂ ਕਦੇ। ਅਸਾਮ ਦਾ ਰਾਜਾ ਰਾਣੀ ਬਾਦਸ਼ਾਹ ਦੇ ਚਰਨਾਂ ਵਿੱਚ ਝੁਕਦੇ ਨੇ, ਮਹਾਰਾਜ ਔਲਾਦ ਨਹੀਂ ਹੈ, ਬਾਦਸ਼ਾਹ ਬਖਸ਼ਿਸ਼ਾਂ ਕਰ ਦਿੰਦੇ ਨੇ। ਇੱਕ ਨਹੀਂ ਅਨੇਕਾਂ ਨੂੰ ਬਖਸ਼ਿਸ਼ ਕੀਤੀ, ਪਰ ਮਾਂ ਗੁਜਰੀ ਦੇ ਵਿਸ਼ਵਾਸ ਵਿੱਚ ਫਰਕ ਨਹੀਂ ਹੈ। ਪਤਾ ਕਿਉਂ? ਗੁਰੂ ਦੇ ਬਚਨ ਉੱਤੇ ਭਰੋਸਾ ਹੈ, ਗੁਰੂ ਦੇ ਬਚਨ ਉੱਤੇ ਵਿਸ਼ਵਾਸ ਹੈ। ਗੁਰ ਕਾ ਬਚਨ ਵਸੈ ਜੀ ਨਾਲੇ, ਤੁਹਾਡੀ ਜਿੰਦ ਵਿੱਚ ਵਸਣਾ ਚਾਹੀਦਾ। ਆਪਣੀ ਸੱਸ ਕੋਲੋਂ ਸੁਣਿਆ ਹੋਇਆ, ਨਾ ਤਾਂ ਮਾਤਾ ਨਾਨਕੀ, ਮਾਤਾ ਗੁਜਰੀ ਜੀ ਦੀ ਸੱਸ, ਉਹਨਾਂ ਨੇ ਕਦੇ 28 ਸਾਲਾਂ ਵਿੱਚ ਇਹ ਨਹੀਂ ਕਿਹਾ ਗੁਜਰੀ ਤੇਰੇ ਔਲਾਦ ਨਹੀਂ ਹੋਈ, ਮੇਰੀ ਅੰਸ਼ ਵੰਸ਼ ਨਹੀਂ ਵਧੀ। ਵਾਰ-ਵਾਰ ਇੱਕੋ ਹੀ ਗੱਲ ਕਹਿਣੀ ਹੈ, ਧੀਏ ਵਿਸ਼ਵਾਸ ਰੱਖੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਨੇ ਤੇਰੀ ਕੁੱਖ ਤੋਂ ਮਹਾਬਲੀ ਯੋਧੇ ਨੇ ਜਨਮ ਲੈਣਾ, ਧੀਏ ਤੂੰ ਜਪ ਤਪ ਕਰਿਆ ਕਰ। ਗੁਰੂ ਦੇ ਬਚਨਾਂ ਤੇ ਵਿਸ਼ਵਾਸ ਰੱਖੇ, ਕਿਉਂਕਿ 6ਵੇਂ ਪਾਤਸ਼ਾਹ ਬਚਨ ਕਰ ਗਏ ਨੇ। ਮਾਤਾ ਨਾਨਕੀ ਨੇ ਇਹ ਬਚਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਕਾਸ਼ ਵੇਲੇ ਸੁਣੇ ਸਨ। ਜਦੋਂ 6ਵੇਂ ਪਾਤਸ਼ਾਹ ਨੇ ਬਚਨ ਕਹੇ, ਇਸਕੇ ਗ੍ਰਹਿ ਪ੍ਰਗਟੇ ਸੁਤ ਬਲਵੰਡ, ਤੇਜ ਪ੍ਰਚੰਡ ਤੁਰੰਡ ਖਲਖੰਡ, ਇਹ ਅਜਰ ਜਰਨ ਅਰ ਧੀਰ ਤੁਰੰਤਰ ਹੈ। ਇਹਦੇ ਘਰ ਵਿੱਚ ਮਹਾਬਲੀ ਪ੍ਰਤਾਪਾ ਪ੍ਰਚੰਡ ਤਾਕਤ ਦਾ ਮਾਲਕ ਯੋਧਾ ਪੈਦਾ ਹੋਣਾ, ਜਿਹੜਾ ਤੁਰਕਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਗਾ। इसके ग्रह प्रगटे सुत बलबंड, तेज प्रचंड तुरंड खलखंड। बस सस ने को गल कहनी, धन माता नानकी जी ने, धीए गुजरिए विश्वास रखी। 28 साल गुजर गए, 30 साल गुजर गए, 32 साल गुजर गए, औलाद नहीं हुई, हुण विश्वास लैके जाओ। 33 साल गुजर गए, 33 सालों बाद जदों विआह नूं पूरे 34 साल होए, 34 सालों बाद धन गुरु गोबिंद सिंह महाराज का प्रकाश होया। अज विश्वास लेके जाओ, 2 4 5 10 साल किसी दे औलाद ना होवे, डोलन की लोड़ नहीं, गुरु समर्थ है। 10 15 साल औलाद ना होवे, डोलियो ना, गुरु समर्थ है। मैं इदां दे बंदे तुहानूं मिला दांगा, नंबर हुण रखने पैंदे ने सानूं। उहदा रीजन ये है, हर कथा लाइव हो रही है और लोग जिहड़े ने सवाल करते, कहे भाई साहब बंदे मिला दो, कौन है, सच्ची गल है, सच्ची गल है, ये पुछणगे, इसलिए नंबर रखने पैंदे ने। मैं इदां दे अनेकां बंदियां दे नंबर रखे जिन्हां दे 20 21 साल बाद औलाद होई है। गुरु ते विश्वास रखियो, गुरु दे घर किसी चीज़ की कमी नहीं। हर गुरु घर विच 2 बार पढ़ के सवेरे शाम सुनाया जाता है। साडे विश्वास विच ही कमी है, गुरु दे कहण च कोई कमी नहीं है। हर गुरु घर में 2 बार पढ़िया जाता है। हर गुरु का नितनेमी सिख सवेरे शाम 2 बार पढ़ता है। बस विश्वास की लोड़ है। कदे विश्वास नाल पढ़िए, साचे साहेब क्या नहीं कर तेरे, करता तेरे सब किश है, जिस देह सो पावे। एक बार विश्वास जगायो मन, कहो साचे साहेबा क्या नहीं करते रे, साचे साहेबा
क्या नाही। घर तां तेरे सब किश है, घर तां तेरे सब किश है, घर तां तेरे सब किश है। घर जिस देह सो पावे, जिस देह सो पावे, जिस देह सो, जिस देह सो। बस विश्वास की लोड़ है। इस घर में सब कुछ है। जिन्होंने विश्वास आया उन्हीं क्या गुरपुरा भेट्यो वड भागी मन पया परगासा। पढ़ो कोई ना पहुंचन हारा दूजा अपने साहिब का। वो पूरे विश्वास में फिर कहते ने अपने सतगुर केवल हारे, अगे सुख पाछे सुख सहजा घर आनंद। एक बार आप भी कहिए फिर इस धरती नूं भाग लाए ने सतगुर ने। विश्वास नाल कहिए सतगुर केवल हारे, अपने सतगुर केवल हारे, सतगुर केवल हारे, अपने सतगुर केवल हारे, सतगुर केवल, सतगुर गज के सतगुर केवल हारे, अपने सतगुर केवल हारे, सतगुर केवल। वाह वाह। सतगुर केवल आगे सुख पाशे सुख सहजा, आगे सुख पाशे सुख सहजा, आगे सुख पाशे सुख, आगे घर आनंद हमारे, अपने सतगुर केवल हारे, घर आनंद हमारे, अपने सतगुर केवल हारे, घर आनंद हम अपने सतगुर, सतगुर केवल। लोड़ विश्वास दी है। अज आप साध संगत पुरब मना रहे हैं, इत्थों सिख के जाने गुरु ते पूरा विश्वास बन जाए। उहदे वास्ते गुरु चरणों में अरदास करियो, पातशाह ये कल्ला पाठ पढ़ने नाल विश्वास नहीं होना। गुस्सा ना करियो, मैं बहुत पाठ पढ़ने वाले वेखे ने विश्वास ही नहीं आया। ये कोई गुरुद्वारे जान नाल विश्वास नहीं होना कल्ला। महाराज फिर किमें विश्वास आउंदा है? हजूर कहंदे गुरु कोलों मंगना पैणे, हे सतगुरु मैनू विवेक बुद्ध बख्शिश करो। एक बेनती समझियो, मैं अक्सर कथा च करदा हुंदा, ਆਪਾਂ जिन्ने बैठे हाँ तुसी सारे जने मत्था टेक के गुरु ग्रंथ साहब महाराज जियां नूं नमस्कार करके फिर बैठे हो। दिल ते हथ रख के ईमानदारी नाल सोचियो, मत्था टेकन लगे की मंगया, सोचियो जरा की मंगया। किसी ने मंगया महाराज घर में सुख बख्शियो, तंदुरुस्ती दिओ। कुछ शब्द तो रटे हुए आ जिहड़े मत्था टेकन लग्या ध्यान किते होर आपां कह के बह गए। सावधानता नहीं, सुचेत नहीं, ध्यान नहीं। आपां मंगया की है? धन दौलत पदार्थ दुनियावी सुख मंग ले, पर बादशाह कहंदे इहदे नाल विश्वास नहीं होना, इहदे नाल वो चीज़ नहीं बननी, ये रब नूं मिलण दी टैक्नीक नहीं। तू मंग के चला गया, तैनूं मिल भी जाणगे, पर जो मंगना सी वो नहीं मंगया। मंगना की है? पाठ पढ़न नाल खाली विश्वास नहीं पैदा होएगा। नहीं तो हजूर ने कहा पाठ पढ़ियो,
अर वेद विचार्यो निबल भुयंगम साधे पंच जना स्यों संग ना छुट गयो अदक अहां बुध बाधे प्यारे इन बिद मिल ना जाई। पर इहदा भाव ये भी ना लै लिओ वे पाठ नहीं पढ़ना चाहिए। कई बार असीं अर्थ भी उल्ट करन लग पैंदे ना, वे भाई साहब ने कहता जी पाठ पढ़न नाल नहीं कुछ होना, लोग उन्नी क गल चुक लैंदे ने कथा चों। इहदा भाव अर्थ ये नहीं है वे पाठ नहीं पढ़ना, बाणी पढ़नी है ते नाल दी नाल अरदास करनी, पातशाह किरपा करो साडे अंदर विश्वास आ जाए। अरदास करके कहना प्यारे इन बिद मिलन ना जाई मैं किए कर्म अनेका हार पर्यो स्वामी कै द्वारे दीजे बुद्ध विवेका। महाराज मैनू विवेक बुद्धि बख्शिश करो जिहड़ा मैं दुबदा दुए भाए वे तुरया फिरदा इधरों किते होर भी अरदास करवा लई दी है। महाराज वो किरपा करो मैनू किते हथ ना दिखाना पवे, जिहड़ा गुरु अगे हथ जोड़दा उहनूं किसे अगे हथ नहीं दिखाने पैंदे, जिहड़ा गुरु अगे सिर झुकाउंदा उहनूं होर किते झुकाउणा नहीं पैंदा। पर विश्वास नाल हार पर्यो स्वामी कै द्वारे दीजे बुद्ध विवेका, ये गुरु कोलों मंगना है। जदों गुरु नूं मंग लओगे फिर तोट ही नहीं रहिंदी कोई। श्री गुरु रामदास महाराज गुरतक गद्दी ते विराजमान होए, शरीर करके बहुत घट समा पातशाह गुरतक गद्दी ते रहे। गुरु रामदास महाराज जियां ने श्री अमृतसर साहब नगर वसाया, दूर दूर तक महिमा फैल गई। धन धन रामदास गुर जिन सिरिया तिने सवारिया। गुरु रामदास महाराज जी की वड्याई हुई, सब बिद मान्यो मन तब ही भैओ प्रसन्न राज जोग तख्त दियन गुर रामदास। सब पासे वड्याई हुई, सोडी श्रेष्ठ सकल तारण को अब गुर रामदास को मिली वड्याई। वड्याई हुई के सोडी श्रेष्ठ सकल तारण को अब गुर रामदास को मिली वड्याई। पूरन ताल खटाया अमृत सर्वे जोत जगावे, बैठा सोडी पातशाह रामदास सतगुरु कहावे। दूरों दूरों संगत दर्शन करने आने लग पई। भवानीगढ़ तहसील का एक पिंड है, उत्थे पातशाह का इतिहासक स्थान है। उस इलाके विचों भवानीगढ़ तो जथा गया श्री गुरु रामदास महाराज के दर्शन करन। उस जथे विच उदों लोग गड्डियां ते जांदे सन। एक बजुर्ग बंदा भी नाल संगत दे तुर पिया, उन्हें भी श्री गुरु रामदास महाराज के दर्शन करने ने। अंदर भावना प्रेम है, घर विच गरीबी है। उन्हें खद्दड़ का कुर्ता पाया, कई थावां ते टाकियां भी लगियां ने, उहदे कोल बदलने वास्ते भी कपड़ा नहीं। जिथे इशनान करदा उही चोला पानी विच निचोड़ के फिर पा लैंदा। संगत नाल चलदियां श्री अमृतसर साहब पहुँच गए। धन गुरु रामदास महाराज नूं दर्शन करने वास्ते कतार संगत दी लग गई। वो भी गुरु संगत दे नाल प्रसाद छक के प्रसादा छक के दर्शन करन कतार विच लग गया। जदों ओदी वारी आउण लगी ना दर्शन करन दी, 5 जने मोहरे रह गए ते उस बजुर्ग नूं श्री गुरु रामदास महाराज दे दर्शन होण लग पे। क्यों लंबी कतार होवे पिछों दर्शन नहीं हुंदे, जदों बिल्कुल नेड़े आ जाईदा फिर गुरु दे दर्शन भी होण लग पैंदे ने। 5 शरीर मोहरे रह गए, श्री गुरु रामदास महाराज दे दर्शन होण लग पे। कतार विच लग्गिया थोड़ा जिहा 2-4 इंच इधर नूं मूँह करके गुरु दे दर्शन करदे। धन गुरु रामदास महाराज सुंदर स्वरूप, लंबा दाड़ा, चंदन दी चौंकी, तख्त ते बैठे ने। 2 सिख चौर सहब कर रहे ने, कीर्तन हो रहा है। ये बुजुर्ग ने अखां भर के ऐ सुरत जोड़ी गुरु दे दर्शन किते। चित ना करे वे गुरु दे चेहरे तो अखां हटन, नजरां भर के वेख रहा। मोहरियों एक ने मत्था टेक लिया, दूजे ने टेक लिया, 2-3 जने रह गए। इन्हें कदम हौली कर ले ने, मेरी वारी आनी है। दूजियां दी तरह मत्था टेक के बहना पैने, मैं हौली कदम पुट्टां गुरु दे दर्शन होर हो जाण। अंदरों मन टिकिया होया धन गुरु रामदास महाराज दे दर्शन, अखां चमक नहीं रहा। सीधा गुरु रामदास महाराज दे सुंदर मुख ते नज़र टिकी हुई है। ਇਹਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਪਾਣੀ ਵਹਿਣ ਲੱਗ ਪਿਆ। ਦਰਸ਼ਨ ਕਰਦਿਆਂ ਤਨ ਮਨ ਨਿਹਾਲ ਹੋ ਗਿਆ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ
ਆਪਣੇ। ਇਹ ਪ੍ਰੇਮ ਵੀ ਉਹੀਓ ਪੈਦਾ ਕਰਦਾ ਹੈ, ਸਾਡੀ ਚਲਾਕੀ ਨਾਲ ਨਹੀਂ ਹੋ ਸਕਦਾ। ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਅੱਖਾਂ ਵਿਰਾਗ ਨਾਲ ਭਰੀਆਂ, ਦਰਸ਼ਨ ਕੀਤੇ, ਵਾਰੀ ਆ ਗਈ, ਸੀਸ ਝੁਕਾਇਆ, ਮੱਥਾ ਟੇਕਿਆ, ਪਾਤਸ਼ਾਹ ਦੇ ਰੱਜ ਕੇ ਦਰਸ਼ਨ ਕੀਤੇ, ਹੰਝੂ ਵਹਿ ਰਹੇ ਸਨ। ਇੱਕ ਬੇਨਤੀ ਮੈਂ ਤੁਹਾਨੂੰ ਵੀ ਕਰਾਂ, ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਨਾ, ਉੱਥੇ ਤੁਸੀਂ ਯਤਨ ਇਹ ਕਰਿਓ ਕਿ ਜਦੋਂ ਦਰਸ਼ਨੀ ਡਿਉੜੀ ਤੋਂ ਆਪਾਂ ਅੰਦਰ ਐਂਟਰ ਕਰ ਜਾਈਏ, ਅੱਧਾ ਘੰਟਾ ਲੱਗ ਜਾਏ, 1 ਘੰਟਾ ਲੱਗ ਜਾਏ, ਸੱਜਣਾ ਕਤਾਰ ਵਿੱਚ ਖਲੋਤੇ ਆ, ਗੁਰੂ ਦੀ ਬਾਣੀ ਪੜ੍ਹੀ ਜਾਈ, ਗਾਈ ਜਾਈ, ਕੰਨਾਂ ਨਾਲ ਸੁਣੀ ਜਾਈ। ਤੇਰੀ ਸੁਰਤੀ ਦਾ ਧਿਆਨ ਹਰਮੰਦਰ ਸਾਹਿਬ ਦੇ ਅੰਦਰ ਤੱਕ ਹੋਣਾ ਚਾਹੀਦਾ। ਅੰਦਰ ਕਦਮ ਰੱਖਣ ਤੱਕ ਜੇ ਤੇਰੀਆਂ ਅੱਖਾਂ 'ਚ ਵਿਰਾਗ ਨਹੀਂ ਆਇਆ, ਸਮਝ ਤੂੰ ਦਰਸ਼ਨਾਂ 'ਚੋਂ ਜੇ ਕੁਝ ਵੀ ਨਹੀਂ ਕੱਢਿਆ। ਮੈਂ ਐਸੀਆਂ ਰੂਹਾਂ ਦੇ ਦਰਸ਼ਨ ਕੀਤੇ ਨੇ, ਹਰਮੰਦਰ ਸਾਹਿਬ ਅੰਦਰ ਵੜਨ ਤੱਕ ਉਹਨਾਂ ਦੀਆਂ ਅੱਖਾਂ ਸੇਜਲ ਰਹਿੰਦੀਆਂ ਨੇ, ਵਿਰਾਗ ਰਹਿੰਦਾ। ਅੰਦਰ ਜਾਂਦੇ ਨੇ, ਗੁਰੂ ਨਾਲ ਇਹ ਸਿੱਧੀ ਸੁਰਤ ਦੀ ਗੱਲ ਹੈ। ਉਹ ਵੀ ਬੰਦੇ ਵੇਖੇ ਨੇ ਜਿਨ੍ਹਾਂ ਦੇ ਟੈਲੀਫੋਨ ਨਹੀਂ ਬੰਦ ਹੁੰਦੇ, ਮੋਬਾਈਲ ਨਹੀਂ ਬੰਦ ਹੁੰਦੇ, ਅੰਦਰ ਵੜਨ ਤੱਕ ਗੱਲਾਂ ਨਹੀਂ ਬੰਦ ਹੁੰਦੀਆਂ, ਉਹ ਦੂਜਿਆਂ ਦਾ ਵੀ ਨੁਕਸਾਨ ਕਰਦੇ। ਦਰਸ਼ਨੀ ਡਿਉੜੀ ਵੜਨ ਤੋਂ ਬਾਅਦ ਤੁਹਾਡੀ ਕੋਈ ਗੱਲ ਨਹੀਂ ਹੋਣੀ ਚਾਹੀਦੀ, ਤੁਹਾਡੇ ਤੇ ਗੁਰੂ ਦੇ ਵਿਚਕਾਰ ਹੋਰ ਕੋਈ ਹੋਣਾ ਨਹੀਂ ਚਾਹੀਦਾ। ਇੱਦਾਂ ਗੁਰੂ ਕਿਹਾ ਸਿੱਖਾ ਤੇਰੇ ਅੰਦਰ ਨੇ ਬਣੇ। ਫਿਰ ਗੁਰੂ ਨੇ ਲਿਖ ਕੇ ਦਿੱਤਾ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਅੱਜ ਉਹ ਬਜ਼ੁਰਗ ਨੇ ਅੱਖਾਂ ਭਰੀਆਂ ਦਰਸ਼ਨ ਕੀਤੇ ਐ, ਤਨ ਮਨ ਨਿਹਾਲ ਹੋ ਗਿਆ। ਜਦੋਂ ਮੱਥਾ ਟੇਕ ਕੇ ਸੰਗਤ ਵੱਲੋਂ ਬਹਿਣ ਲੱਗਾ ਨਾ, ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਨਜ਼ਰ ਕਰਕੇ ਬੁਲਾ ਲਿਆ, ਜੀ ਤੁਸੀਂ ਕਿੱਥੋਂ ਆਏ ਹੋ? ਉਹਨੇ ਕਿਹਾ, ਮਹਾਰਾਜ ਮੇਰਾ ਪਿੰਡ ਭਵਾਨੀਗੜ੍ਹ ਦੇ ਲਾਗੇ ਹੈ। ਪਾਤਸ਼ਾਹ ਨੇ ਕਿਹਾ, ਕੁਝ ਮੰਗ ਲੈਣਾ ਸੀ, ਕੁਝ ਚਾਹੀਦਾ? ਉਹਨੇ ਹੱਥ ਜੋੜ ਕੇ ਕਿਹਾ, ਜੀ ਨਹੀਂ, ਕੁਝ ਨਹੀਂ ਚਾਹੀਦਾ। ਉਹਦਾ ਖੱਦਰ ਦਾ ਕੁੜਤਾ 2-3 ਟੱਕੀਆਂ ਲੱਗੀਆਂ, ਕਈਆਂ ਥਾਵਾਂ ਤੇ ਮਹਿਲ ਦੇ ਚੌ ਨੇ। ਇਹ ਦਰਸਾਉਂਦਾ ਹੈ ਕਿ ਬੰਦਾ ਗਰੀਬ ਹੈ, ਲੋੜ ਹੈ ਇਹਨੂੰ ਬਹੁਤ, ਪਰ ਮੰਗ ਨਹੀਂ ਰਿਹਾ। ਪਾਤਸ਼ਾਹ ਨੇ ਫਿਰ ਕਿਹਾ, ਬਜ਼ੁਰਗਾ ਕੁਝ ਮੰਗ ਲੈਣਾ ਸੀ। ਨਹੀਂ ਮਹਾਰਾਜ, ਚਾਹੀਦਾ ਨਹੀਂ ਕੁਝ। ਜਦੋਂ ਪਾਤਸ਼ਾਹ ਨੇ ਤੀਜੀ ਵਾਰ ਦੁਹਰਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਬਜ਼ੁਰਗਾ ਸੋਚ ਲੈ, ਕੁਝ ਮੰਗ ਲੈਣਾ ਸੀ, ਜੇ ਕੋਈ ਸੁਰਤੀ ਵਿੱਚ ਹੈ ਤਾਂ ਮੰਗ ਲੈ। ਫਿਰ ਉਹਨੂੰ ਧਿਆਨ ਜਿਹਾ ਆ ਗਿਆ ਇੱਕ। ਹੁਣ ਧਿਆਨ ਜਿਹਾ ਆਇਆ ਤੇ ਰੁਕ ਕੇ ਕਹਿੰਦਾ, ਮਹਾਰਾਜ ਇੱਕ ਫੁਰਨਾ ਆਇਆ ਜਦੋਂ ਮੈਂ ਤੁਹਾਨੂੰ ਮੱਥਾ ਟੇਕਣਾ ਸੀ, ਦਰਸ਼ਨ ਕਰਨ ਲੱਗਿਆ, ਇੱਕ ਫੁਰਨਾ ਆਇਆ। ਮਹਾਰਾਜ ਜੇ ਫਿਰ ਤੁਸੀਂ ਕਹਿ ਰਹੇ ਹੋ ਵੀ ਕੁਝ ਮੰਗ ਲਾ, ਤੇ ਪਾਤਸ਼ਾਹ ਮੰਗ ਲਾਂ। ਫਿਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਖੁਸ਼ ਹੋਏ, ਕਹਿੰਦੇ ਮੰਗੋ ਕੀ ਚਾਹੀਦਾ? ਉਹਨੇ ਕਿਹਾ, ਮਹਾਰਾਜ ਇੱਕ ਫੁਰਨਾ ਮੇਰੇ ਮਨ 'ਚ ਆਇਆ, ਫਿਰ ਕਿਰਪਾ ਕਰੋ, ਜੇ ਤੁਸੀਂ ਦਾਤਾ ਪਾਤਸ਼ਾਹ ਆਪ ਕਹਿੰਦੇ ਹੋ ਕੁਝ ਮੰਗ ਲੈ। ਮਹਾਰਾਜ ਇੱਕੋ ਹੀ ਇੱਛਾ ਹੈ, ਉਹ ਫੁਰਨਾ ਇਹ ਆਇਆ, ਕਿਤੇ ਗੁਰੂ ਰਾਮਦਾਸ ਮਹਾਰਾਜ ਮੇਰੇ ਘਰ ਵਿੱਚ ਚਰਨ ਪਾ ਦੇਣ। ਮਹਾਰਾਜ ਕਦੇ ਗਰੀਬ ਦੇ ਘਰ ਆਓਗੇ? ਪਾਤਸ਼ਾਹ ਕਦੇ ਗਰੀਬ ਦੇ ਘਰ ਆਓਗੇ? ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਉਹ ਬਜ਼ੁਰਗ ਦੀ ਗੱਲ ਸੁਣੀ, ਇੱਕ ਛਿਨ ਵਾਸਤੇ ਚੁੱਪ ਹੋ ਗਏ। ਤੁਸ਼ਨ ਧਾਰ, ਚੁੱਪ ਧਾਰ ਕੇ ਫਿਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਮੁਸਕਰਾ ਕੇ ਬੋਲੇ, ਕਹਿੰਦੇ ਬਜ਼ੁਰਗਾ ਆਵਾਂਗੇ ਵੀ ਤੇਰੇ ਘਰ, ਜ਼ਰੂਰ ਆਵਾਂਗੇ, ਰਾਤ ਵੀ ਰਵਾਂਗੇ, ਭੋਜਨ ਪ੍ਰਸ਼ਾਦਾ ਵੀ ਛਕਾਂਗੇ, ਤੇਰੇ ਘਰ ਰਾਤ ਵੀ ਰੁਕਾਂਗੇ, ਇਸ਼ਨਾਨ ਪਾਣੀ ਕਰਾਂਗੇ, ਭੋਜਨ ਪ੍ਰਸ਼ਾਦਾ ਛਕਾਂਗੇ, ਦੀਵਾਨ ਲਾਵਾਂਗੇ, ਆਵਾਂਗੇ ਭਾਈ ਤੇਰੇ ਘਰ। ਹੁਣ ਉਹ ਬਜ਼ੁਰਗ ਪਤਾ ਕੀ ਕਹਿੰਦਾ ਹੈ? ਕਹਿੰਦਾ ਮਹਾਰਾਜ ਜਦੋਂ ਤੁਸੀਂ ਆਓਗੇ ਕਿੰਨੇ ਕੁ ਸਿੱਖ ਹੋਣਗੇ ਤੁਹਾਡੇ ਨਾਲ? ਸ਼੍ਰੀ ਗੁਰੂ ਰਾਮਦਾਸ ਮਹਾਰਾਜ ਮੁਸਕਰਾ ਪਏ, ਕਹਿੰਦੇ ਕੋਈ 40-45 ਸਿੱਖ ਤਾਂ ਹੋਣਗੇ। ਅੱਗੋਂ ਵਿਵਾਕ ਹੋ ਕੇ ਉਹ ਬਜ਼ੁਰਗ ਬੋਲਿਆ, ਮਹਾਰਾਜ ਮੈਂ ਗਰੀਬ ਬੜਾ, 40-45 ਬੰਦਿਆਂ ਦਾ ਪ੍ਰਸ਼ਾਦਾ ਨਹੀਂ ਉਹ ਮੈਂ ਛਕਾ ਸਕਦਾ। ਪਾਤਸ਼ਾਹ ਨੇ ਕਹਿਣਾ ਤੇਰੇ ਘਰ ਰਾਤ ਵੀ ਰਵਾਂਗੇ, ਪ੍ਰਸ਼ਾਦਾ ਵੀ ਛਕਾਂਗੇ, ਦੀਵਾਨ ਵੀ ਲਾਵਾਂਗੇ, ਰਵਾਂਗੇ। ਉਹ ਕਹਿੰਦਾ ਮਹਾਰਾਜ 40-45 ਬੰਦਿਆਂ ਦਾ ਮੈਂ ਪ੍ਰਸ਼ਾਦਾ ਨਹੀਂ ਉਹ ਕਰ ਸਕਦਾ, ਤੁਹਾਨੂੰ ਤਾਂ ਇਕੱਲਿਆਂ ਨੂੰ ਛਕਾ ਸਕਦਾ, ਪਰ 40-45 ਬੰਦਿਆਂ ਦਾ ਪ੍ਰਸ਼ਾਦਾ ਨਹੀਂ। ਮਹਾਰਾਜ ਮੇਰੇ ਘਰ ਵਿੱਚ ਤਾਂ ਗੋਡੇ ਗੋਡੇ ਗਰੀਬੀ ਹੈ ਪਾਤਸ਼ਾਹ, ਮੈਂ 40-45 ਬੰਦਿਆਂ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦਾ।
मेरे घर विच गोडे गोडे गरीबी है। सोढी सुल्तान बादशाह धन गुरु रामदास महाराज बोले, कहंदे बजुर्गा अज तेरे घर विच गोडे गोडे गरीबी है, जिदन असी चरण पाने उदन गरीबी नहीं, उदन मोडे मोडे अमीरी होनी तेरे घर च। बजुर्गा जिदन असी चरण पाने तेरे घर विच उदन गोडे गोडे गरीबी नहीं, मोडे मोडे अमीरी होएगी तेरे घर विच। धन गुरु रामदास साहब दे चरनां चुक गया, विराग अंदरों बहुत आया, अखां पूंझ के बोलिया, महाराज कदों आओगे फिर? श्री गुरु रामदास महाराज जी ने कहा, ना तू शरीर विच होवेंगा ना असी शरीर विच होवांगे, शरीर बदल जाणगे, आवांगे तेरे घर बजुर्गा, वक्त आएगा 9वें जामे विच तेरे घर विच चरण पावांगे। धन श्री गुरु तेग बहादुर महाराज। वक्त आया, साध संगत उस बजुर्ग के घर अमीरी आई, गरीबी के दिन बदल गए। उन्हें 4 दिन सुख दे भी वेखे, बुढ़ेपा गुजार के उस संसार तो चल बसिया। जदों उहदे पोते पड़पोते शाहूकार बन गए, अमीर हो गए, लोग उन्होंने सेठ कहन लग पे। उस इलाके के सब तो वड्डे जगीरदार अमीर सेठ हो गए। सचमुच मोडे मोडे अमीरी उस घर में आ गई, हवेलियां दे मालक बन गए। उदन 9वें पातशाह धन गुरु तेग बहादुर महाराज जी 40-45 सिख लैके उन्होंने घर पहुंचे। पटियाले रियासत तो होंदे हुए पातशाह उत्थे गए। जदों उन्होंने घर गए, वाकया हवेलियां दे मालक ने, उन्होंने पुत पोतियां नूं भी इस गल का पता है, आ दिती हुई अमीरी गुरु नानक साहब के घर दी है, श्री गुरु रामदास महाराज ने बख्शी। साडे बजुर्ग तो कपड़े तो मुथाज सन, रोटी तो मुथाज सन, अज दिती हुई अमीरी सब कुछ गुरु दी है। जदों गुरु तेग बहादुर महाराज के दर्शन होए, घर लैके गए, अदब नाल सेवा की। पातशाह नूं अगले दिन उस बजुर्ग के पड़पोते ने ना एक दुशाला भेंट किया ते एक वड्डी परात सोने दियां मोहरां भर के दिते। मोहरां नाल भरी हुई परात ते दुशाला उपर रख के श्री गुरु तेग बहादुर महाराज के चरनां 'च मत्था टेकिया। पातशाह ने अगों जवाब दे के कहा, उहदा नाम इतिहास में आया सेठ टोडरमल। हजूर ने बचन कहे, भाई तेरे कोलों परात मोहरां दी नहीं लैनी। महाराज क्यों? ये सब कुछ तुहाडा ही दिता हुआ है बादशाह, मेरा कुछ भी नहीं। श्री गुरु तेग बहादुर महाराज बोले, कहंदे परात भर के मोहरां नहीं लैनियां, गड्डे भर के मोहरां दे लैणे ने। हथ जुड़ गए, महाराज सब कुछ तुहाडा है। हे गुरु तेग बहादुर महाराज, मैनू एक दिन का वक्त दे दिओ, आ हवेली जायदाद जमीन सब कुछ गहना गट्टा वेच दांगा। पातशाह जे गड्ढा भर के मोहरां दा लेना, मैं गड्ढा भी भर दांगा, सब कुछ बेच दांगा। पातशाह एक दिन का वक्त दिओ, सब कुछ बेच के गड्ढा भर के भी पेंट कर दांगा। धन गुरु तेग बहादुर महाराज बड़े ठम्मे नाल सहज नाल बोले, कहंदे टोडरमल एक गड्ढा नहीं हो चाहिदा, कई गड्ढे मोहरां दे चाहिए। अखां भर आईयां, पातशाह गुरु इन्नी वड्डी भेटा मंग रहा है, पातशाह सब कुछ तुहाडा है। श्री गुरु तेग बहादुर महाराज बोले, कहंदे गड्ढे भर के मोहरां दे हुण नहीं हो चाहिए, भेटा लवांगे जदों वक्त आएगा। टोडरमल एक दिन वक्त आने, तेरे कोलों गड्ढे भर के मोहरां दे गुरु ने भेटा लेनी है। वो वक्त आया जी। फिर जिदन पातशाह के पुत्रे साहबजादे बाबा फतेह सिंह जी, बाबा जोरावर सिंह जी, धन माता गुजरी जी सरहंद की धरती ते शहादत का जाम पी गए। शरीरां दा संस्कार करने लई सरहंद में जगह नहीं मिली। सरहंद तो बाहर नाल ही वसीमे ते अत्तेवाल पिंड की जगह चौधरी अत्ते कोलों वजीर खां दे कहण उत्ते गड्ढे भर के मोहरां दे दीवान टोडरमल ने दे के जगह खरीदी है, जिथे अज माता गुजरी जी दोमा साहबजादियां दा स्थान बनिया हुआ है। और सरहंद फतेहगढ़ साहब बनदियां उहदे नाम उत्ते वो गेट बने दीवान टोडरमल दा। हुण कई मैं सुने इदां भी कहण लग पे, नहीं जी वो टोडरमल ने कित्थे मोहरां दित्तियां, क्योंकि साडे कोल कम ही किंतु परंतु दा रह गया।
श्री गुरु रामदास महाराज कोलों बजुर्गों ने मंगया, पातशाह तुसीं चरण घर विच पा दिओ, इक्को ही मंग है, गुरु ने की कोई दिता है? और गुरु की दिती हुई भेटा फिर कित्थे जाके गुरु प्रवान करदा है? कई कई पीढ़ियां तक उस परिवार नूं सिक्खी गुरु बख्श दिंदा है, कई कई पीढ़ियां तक अमीर करदा है, और रहिंदी दुनिया तक उन्हां परिवारां दा नाम रह जांदा जिन्हां तो गुरु सेवा लैंदा है। इत्थे 500 एकड़ के मालक होकर लोग चले गए, कुछ सालों बाद दुनिया भुल गई किने वर्सियां मनाइयां ने जी। मैं बाहर विदेशों वेख्या बाबा जी बैठे ने, ज़्यादा जाते रहते ने। मैं USA 5-5 हज़ार किले के मालक वेखे ने, 5-500 नहीं 5-5 हज़ार एकड़ जमीन के मालक कैलीफोर्निया च लोग वेखे ने। मैं उन्होंने पूछया तुहाडे दादे परदादे जिन्हों ने आके 1910 में इत्थे अमेरिका में जगह खरीदी, उन्होंने कोई फोटो फिर वो पिछले किसी कमरे एल्बम चों कढ़ के लियाउणगे, कोई वरसी नहीं मनाउंदा, कोई दिन नहीं मनाउंदा। साध संगत वड्डे वड्डे अमीरां दी सोभा खत्म हो जाती है। सोभा किहदी रहिंदी है? जे तो गुरु सेवा लै लै, ते सेवा गुरु उतों लैंदा जिहड़ा पूरे विश्वास नाल कहंदा अपने सतगुर कै बलिहारै, आगे सुख बाशे सुख सहजा घर आनंद हमारे। जिन्हों गुरु ते विश्वास है, गुरु उहदे कोलों सेवा लैंदा, उहदा नाम रहिंदा। श्री गुरु अमरदास महाराज सच्चे पातशाह जियां दा भी अज प्रकाश पुरब है। सिखां ने सवाल किया, कहते महाराज तुसीं कहंदे रहिंदे हो भी नाम वालियां दी बड़ी शोभा है, नाम वालियां नूं बहुत सुख मिलदा, जिहड़े नाम जपदे, ਜਿਹੜੇ नाम जपते उन्होंने शोभा बहुत होंगी है, ਜਿਹੜੇ नाम जपते उन्होंने सुख बहुत मिलता है। पर बादशाह असी तो वेख्या पैसे वालियां कोल बड़े सुख, पैसे वालियां दी बड़ी शोभा है, वाकई ही है, कोई शक थोड़ी है। आप एवें कहिए जी पैसे वाले दी शोभा नहीं, 5-4 लाख रुपया लाउंदा है बंदे दा नाम बन जाता है, किते शोभा होंदी है। सिखा सवाल किया, महाराज तुसीं कहंदे हो नाम जपण वालियां दी शोभा है, नाम जपण वालियां नूं सुख मिलदा है, पर बादशाह इत्थे तां माया वालियां नूं भी सुख है, माया वालियां दी भी शोभा है। श्री गुरु अमरदास महाराज मुस्कुरा पे, बादशाह ने फिर बचन कहा, कहने भाई है कौन कहंदा नहीं है शोभा? भाई माया वालियां दी शोभा कौन कहंदा नहीं है शोभा? कौन कहंदा माया वालियां नूं सुख नहीं है? पैसे नाल सुख है, पर फर्क बहुत वड्डा है। पातशाह की फर्क है? हजूर कहंदे माया दी शोभा ते सुख 4 दिनां दा है, नाम जपण वालियां दा सुख भी सदीवी है ते शोभा भी सदीवी हुंदी है। उन्हां वास्ते ये लोक भी सुखिया पर लोक भी सोहेला। फिर बादशाह ने बचन उच्चारण किया, इस युग में शोभा नाम की, भाई सदा ता नाम दी है, इस युग में शोभा नाम की, बिन नावे शोभ ना होए। पातशाह माया वालियां दी, हजूर कहंदे माया की शोभा 4 दिहाड़े, जांदी बिलम ना होए। माया दी शोभा ते सुख 4 दिनां दा, जांदे पता भी नहीं लगता। मेरे नालों वध तुहाडा तजर्बा है। मैं वो बंदे हयाती च वेखे ने अपनी च, जिन्हां दे कोठी दे दलान जिहड़े सी ना 250-250 कुर्सी सवेरे लगदी सी। 22 पिंडां दीयां पंचायतां सवेरे दिन चढ़न तो पहला उन्होंने कोठी च बैठिया होंदियां सी। मंत्री साहब 2 दिन लई चंडीगढ़ तो आए ने, काम करवाने। हर पंचायत हाँ भी सरपंच तू दस, वो कहना जी साडे काम पिंड आया जी, साडे पिंड दा काम है। 22 पिंडां दीयां पंचायतां 250-250 बंदा सवेरे दिन चढ़दे 6-7 बजे कोठी दे दलान च बैठा हुंदा सी काम कराउण लई। ते माफ़ करियो, बंदे शरीर विच जिउंदे ने, कुर्सियां ते मिट्टी जम गई, एक बंदा भी नहीं उन्होंने कोठी च आउंदा। जिउंदे ने, जिउंदियां दी शोभा खत्म। ये माया की शोभा 4 दिहाड़े, जांदी बिलम न होए।
ਉਹ ਬੰਦੇ ਜਿਨ੍ਹਾਂ ਨੂੰ ਸਾਹਨੇਵਾਲ 에ਅਰਪੋਰਟ ਤੋਂ ਨਾ ਦੰਡੀ ਸਵਾਮੀ ਤੱਕ ਰਸਤੇ 'ਚ ਗੁਲਾਬ ਦੇ ਫੁੱਲ ਵਿਛਾ ਕੇ ਲੈ ਕੇ ਜਾਂਦੇ ਸੀ। 에ਅਰਪੋਰਟ ਤੇ ਸਪੈਸ਼ਲ ਜਹਾਜ਼ 'ਚ ਆਉਣਾ, ਔਰ ਜਦੋਂ ਆਉਣਾ ਲੁਧਿਆਣੇ ਵੜਦੇ ਆ ਦੰਡੀ ਸਵਾਮੀ ਤੱਕ ਗੁਲਾਬ ਦੇ ਫੁੱਲ, ਵਰਖਾ ਹੋਣੀ, ਗੁਰੂ ਜੀ ਆਏ ਆ, ਸੰਤ ਮਹਾਰਾਜ ਜੀ ਆਏ ਆ, ਜੈ ਜੈਕਾਰ ਹੋਣੀ, ਸੈਂਕੜੇ ਪੁਲਿਸ ਵਾਲੇ ਲਾ ਕੇ ਉੱਥੋਂ ਤੱਕ ਉਹਨਾਂ ਨੂੰ ਲੈ ਕੇ ਜਾਣਾ। ਇੰਨੀ ਸੋਭਾ, ਇੰਨੀ ਸੋਭਾ, ਇੰਨਾ ਸੁੱਖ। ਭਲੇ ਜ਼ਮਾਨੇ ਵਿੱਚ 7.5 ਕਰੋੜ ਦੀ ਜਗ੍ਹਾ ਖਰੀਦੀ ਸੀ, ਜਿਹੜੀ ਅੱਜ ਅਰਬਾਂ ਵਿੱਚ ਹੈ ਉਹ ਬਾਬੇ ਦੀ। ਤੇ ਸੁੱਖ ਪਤਾ ਕਿੱਥੇ ਚਲੇ ਗਏ, ਸੋਭਾ ਕਿੱਥੇ ਚਲੀ ਗਈ। ਅੱਜ ਬੁਢੇਪੇ ਦੀ ਉਮਰ ਵਿੱਚ ਜੇਲ੍ਹ ਵਿੱਚ ਬੈਠੇ ਨੇ, ਜੇਲ੍ਹ ਕੱਟ ਰਹੇ ਨੇ। ਬੁਢੇਪੇ ਦੀ ਉਮਰ ਵਿੱਚ ਜ਼ਬਰ ਜ਼ਨਾ ਤੇ ਕਤਲ ਦੇ ਦੋਸ਼ਾਂ ਵਿੱਚ ਜੇਲ੍ਹ ਕੱਟ ਰਹੇ ਨੇ, ਜਿਨ੍ਹਾਂ ਨੂੰ ਲੋਕ ਗੁਰੂ ਜੀ, ਬਾਬਾ ਜੀ ਕਹਿ ਕੇ, ਸੰਤ ਜੀ ਕਹਿ ਕੇ ਗੁਲਾਬ ਦੇ ਫੁੱਲ ਬਰਸਾਉਂਦੇ ਸੀ, ਅੱਜ ਜੇਲ੍ਹ 'ਚ ਬੈਠੇ ਨੇ। ਸੋਭਾ ਖਤਮ, ਸੁੱਖ ਖਤਮ। क्योंकि इस युग में शोभा नाम की, पढ़ो बिन नावे शोभ न होए, ये माया की शोभा चार दिहाड़े जांदी बिल मनाओ। भाई ये तो मुक जाती है, नाम की शोभा सदा ही रहिंदी है। जिथे साहब दे चरण पे उस धरती की सदा ही शोभा है। कदे लोग कला लखनौर कहिंदे सी, अज लखनौर साहब कहिंदे ने। क्यों? साहब दे चरण पै गए ने, इस धरती नूं साहबी मिल गई है। वो गुरु दे सिखा, गुरु तां तैनूं भी साहबी देनी चाहुंदा है, पर शर्त एक है, तू गुरु दी रहणी विच आ जा, रहत विच आ जा। रहणी रहे सोई सिख मेरा, ओ साहिब मैं उसका चेहरा। मैं इत्थों ही कथा शुरू कीती सी, इत्थे विश्राम दिंदे। समा समाप्त है। समा भावें मैनू सवा घंटा कहा गया, पर महापुरुष बहुत प्यार वाले विद्वान ने, होर साधु जन वो भी बैठे ने। आपां गुरु चरणों में एक अरदास अपने लिए करनी है, एक पंथ लिए करनी है। गुरु पंथ वास्ते भी अरदास करियो, क्योंकि पातशाह दे रहतनामे ने गुरु दा सिख जिहड़ा वो पंथ दे वाधे नूं लोचे। गुरु दा सिख पंथ दे वाधे नूं लोचे। तुसी परिवारां वाले बैठे हो, अपना परिवार किवें वधदा है जी, इकट्ठा किवें रहिंदा है। एक परिवार 2-3 भाई ने, परिवार इकट्ठा किवें रहिंदा है, परिवार किवें वधदा है। उहदे विच एक दूजे दी गल थोड़ी जी पड़दा पाउणी पैंदी है, एक दूजे दी गल इग्नोर करनी पैंदी है। जे माड़ियां माड़ियां गल्लां छिल्ली जो घर टुट जांदा है। अज पंथ दे वाधे ले लोचिओ, अरदास करिओ, असीं छोटियां छोटियां गल्लां ते पंथ विच वखेड़े ना पाईए। क्योंकि हर बंदा कहिंदा जी मैनूं सब कुछ पता है, बस उही रौला पैंदा है। एक दिन मैं दरबार साहिब तो भी ये बेनती कही, बाबा जी बैठे ने, बड़ी सख्ती नाल कहिंदे ने, अकाल तख्त साहिब तुदण भी सख्त बोले ने। कहना चाहिए, इन्हां दा तजर्बा है, इन्हां कोल ज्ञान है, सैकड़े स्टूडेंट बनाए ने। श्री गुरु नानक साहब महाराज जदों उदासियां करदे ओंकार ईश्वर दे मंदिर गए ना, उत्थे पातशाह ने बाणी उचारण की है, रामकली महला पहला दक्षिणी ओंकार दी। उत्थे गुरु नानक साहब महाराज जी ने पंडित के मूँह ते कहा, पंडित जी जंजाल ना बुनो, तुसी डुब जाना, आ लोकां विचारियां नूं डोब लेना। क्यों भोले भाले लोकां नूं लुट रहे हो? ना तुहानूं पत्थर दी मूर्ति चों रब दिसे है, ना तुसी लोकां नूं विखा सकदे हो। पहला अंदरों रब वेख, फिर भावें पत्थर चों भी वेख लई, वो भी हो सकता है। उस तो पहला तो सब व्यर्थ की घटना है। क्यों लोकां नूं लुट रहे हैं कि आह ओंकार ईश्वर की मूर्ति है, इन्हां दी माया तू संभाल लैना। ये बेचारे भोले भाले ऐं महसूस करते असीं ओंकार वेख लिया। ओंकार तां ब्रह्म उत्पत, ओंकार की है जिन चित, ओंकार सैल जुग पए, ओंकार बेद नरमय। जदों पातशाह ने मूँह ते कहा ना, कहते तुसीं बेईमान हो। सुन पांडे, क्या लिखो जंजाला, लिख राम नाम गुरमुख गोपाला। तू लोकां नाल धोखा कर रहा है। जदों पातशाह ने कहा तू विकारी भी है, तू हंकारी भी है, तू लोभी भी है, ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। हथ जोड़ के कहना, महाराज तुसी अंतरजामी हो, सब कुछ जानते हो। पातशाह जे मेरिया सारिया करतूतां दा तुहानूं पता है, फिर सारियां दे सामने क्यों नहीं कहा?
क्योंकि हजूर ने उहदे नाल गल करन लग्गिया कहा, पंडित जी आपां कल्लियां बैठना है। जदों लोग मंदिर चों मत्था टेक के चले गए, उन्हें दरवाज़ा बंद किया, पड़दा किया मूर्ति अगे, फिर बैठ गया गुरु कोल कल्लियां। पातशाह ने कहा कल्लियां बह के गल करनी है, सब दे सामने नहीं। जदों हजूर ने उहदी कर्म करतूत दसी और रो पिया, कहंदा महाराज मेरे बारे सब कुछ जानते सी, फिर सारियां दे सामने क्यों नहीं कहा? कल्ले नूं क्यों कह रहे हो? सब दे सामने कहंदे मेरा पा जुगड़ जाना सी, सब दे सामने कहंदे लोकां नूं पता लग जाना सी मैं की हाँ। ते पातशाह ने जवाब पता की दिता, कहंदे पंडित जी वड्डियां दी गलती सब दे सामने नहीं कही दी, क्योंकि वड्डे विगड़ जांदे ने। आखो सतनाम श्री। वड्डियां दी गलती सब दे सामने नहीं कही दी, क्योंकि वड्डे विगड़ जाते ने। तुसी भी परिवारां वाले बैठे हो, जदों बच्चा छोटा हुंदा सब दे सामने गलती होवे थप्पड़ मार देईदा, पर जदों बच्चा बराबर दा हो जाए उहदी गलती सब दे सामने कदे नहीं कही दी, उहनूं अलग करके समझाईदा। पता क्यों? सब दे सामने इंसल्ट समझेगा वो बागी हो जाएगा। एक दो बार चुप रहेगा, तुसी सब दे सामने कहोगे उन्हें बागी हो जाना है। बड़े की गलती उन्होंने अलग करके समझाई दी है, वो समझ जाता है। पातशाह ने कहा वड्डियां नूं सब दे सामने नहीं, पंडित जी जे सब दे सामने कहंदे तुसीं विगड़ जाना सी। वो अखां भर के रो पिया, पातशाह जे मैनूं वड्डा समझदे हो फिर उस वड्डे नाल जोड़दे हो। सतगुरां उन्होंने सुमत भी दित्ती, गुरमत भी दित्ती, नाल कहा वड्डियां दी गलती सब दे सामने नहीं। मैं एक दिन ये मंजी साहब तो भी कहा, पंथ नूं इस इतिहास तो कुछ सिख लेना चाहिए। पता क्यों? असीं दूजियां दीयां गलतियां लाइव स्टेजां ते कह कह के बंदे विगाड़ लेने। गलती हुंदी है उन्होंने 5 जने अलग जाके कहण, पर हुण तां लोकां स्टाइल ही चेंज कर लिया, कमरे च बह के कहना है, किते जाण दी लोड़ ही नहीं है। लाइव करो, रिकॉर्ड करो, कमरे च बह के जिन्हों मर्जी जो मर्जी बोली जाओ, कहना है। यदा किहड़ा पेट्रोल लगता है, बोलना ही है। बखेड़े पंथ च पै जाते हैं। और साध संगत जदों वार वार किसी दियां गलतियां ऐ तुसीं कहोगे, उन्होंने बैठ के गुरमता करके समझाओगे नहीं, वो फिर बिगड़ जाता है। बहुते साडे नालों बिगड़े आप गुरु बन के बह गए, वो कहते जी असी निशान साहब ही नहीं लाउंदे, असी प्रकाश ही नहीं करते। गुरु की बाणी सुना के लखां लोकां नूं अपने वल बिगड़ गए ने। गुरु अगे अरदास करिए, पंथ दे वाधे लई लोचना, सतगुरु कृपा बख्शिश करन। किसी की गलती होवे उन्होंने पंथ वालों अलग करके समझाना चाहिए, और गुरु अगे अरदास करिए असीं इक्के विच रहीए, क्योंकि जिन्हां नाल मसले जिहड़े ने वो विगड़ जाते हैं। जिवें परिवार विच इक्का रखण वास्ते आपां एक दूजे की गलती कई बार इग्नोर भी करी दी है, उन्होंने समझाईदा भी है, पढ़दा भी पाईदा है। इदां गुरु कृपा करे असी पंथ दे वाधे वास्ते लोचीए। एक अरदास है ते दूजा अपने वास्ते करनी। पातशाह सानू अकल दिओ, मत दिओ, उठदियां बहिंदियां 24 घंटे सानू सदा ही याद रवे सतनाम श्री वाहिगुरू। आपो अपनी सुरती की एकाग्रता लई गुरु कोलों अकल मंगण वास्ते इस धरती तो जिहड़ी मत धन माता गुजरी जी के चरणों विचों मिल सकती वो इत्थों लै लईए। फिर विश्वास की मत, भरोसे की मत कहिए। गुरु ग्रंथ साहब महाराज जी चरणों का ध्यान करके सारे आखो फिर समाप्ति है। गुरा एक देह बुझाई, गुरा एक देह बुझाई, गुरा एक देह बुझाई। बुझाई दा अर्थ अकल सबना जियां का एक दाता, सबना जियां का एक दाता, सबना जियां का एक, सबना जियां का एक। सो मैं विसर न जाई, सो मैं विसर न जाई, सो मैं विसर न जाई, सो मैं। गुरा एक देह बुझाई, गुरा एक देह बुझाई,
ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ 부ਝਾਈ। ਹੇ ਸਤਿਗੁਰ ਜੀ ਮੈਨੂੰ ਇੱਕ ਅਕਲ ਦਿਓ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਪਿਆਰ ਨਾਲ ਬਹਿ ਕੇ ਅਸੀਸਾਂ ਬਖਸ਼ਿਸ਼ ਕੀਤੀਆਂ ਨੇ। ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਏ ਹੋਏ ਕੀਰਤਨੀ ਜਥਿਆਂ ਦਾ ਔਰ ਸੰਤ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।